बहुत ही प्यारे सतगुरु जी की प्यारी प्यारी साध संगत जी। धन धन सतगुरु तेरा ही आसरा। गुरु प्यारी साध संगत जी, शहनशाह दे शहनशाह कुल मालिक पार ब्रह्म परमेश्वर प्यारे गुरु पिता जी संत डॉक्टर गुरमीत राम रहीम सिंह जी इंसां दे पवित्र महीने दी ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਗੁਰੂ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਜਲਦੀ ਹੀ ਬੁਰਾਈ ਦਾ ਸਰਵਨਾਸ਼ ਕਰਕੇ ਸੱਚ ਦਾ ਡੰਕਾ ਪੂਰੀ ਦੁਨੀਆ ਵਿੱਚ ਵਜਾਉਣ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਆਰੇ ਗੁਰੂ ਪਿਤਾ ਦਾ ਜਨਮ ਕਿੱਕਰ ਖੇੜਾ ਵਿਖੇ ਹੋਇਆ ਸੀ। ਉਹਨਾਂ ਦੇ ਆਪਣੇ ਨਾਨਕੇ ਪਿੰਡ ਵਿੱਚ ਹੋਇਆ ਸੀ। ਬਾਪੂ ਜੀ ਸਰਦਾਰ ਮੱਘਰ ਸਿੰਘ ਜੀ ਦੇ ਘਰ ਤੇ ਮਾਤਾ ਪੂਜਨੀਕ ਮਾਤਾ ਨਸੀਬ ਕੌਰ ਜੀ ਦੇ ਘਰ। ਗੁਰੂ ਪਿਤਾ ਜੀ ਅਕਸਰ ਹੀ ਬਾਪੂ ਜੀ ਦੀਆਂ ਗੱਲਾਂ ਆਪਾਂ ਨੂੰ ਬਹੁਤ ਸੁਣਾਉਂਦੇ ਹੁੰਦੇ ਸੀ। ਉਦੋਂ ਤੋਂ ਪਤਾ ਲੱਗਦਾ ਹੁੰਦਾ ਸੀ ਕਿ ਗੁਰੂ ਪਿਤਾ ਜੀ ਬਾਪੂ ਜੀ ਨੂੰ ਕਿੰਨਾ ਪਿਆਰ ਕਰਦੇ ਸੀ। 5 ਅਕਤੂਬਰ ਨੂੰ ਇਸੇ ਕਰਕੇ ਬਾਪੂ ਜੀ ਦੀ ਬਰਸੀ ਤੇ ਗੁਰੂ ਪਿਤਾ ਜੀ ਸ਼ਾਸਨਾਮ ਜੀ ਗ੍ਰੀਨਸ ਵੈਲਫੇਅਰ ਫੋਰਸ ਦਾ ਜਿਹੜਾ ਪਰਮਾਰਥੀ ਦਿਵਸ ਹੈ ਉਹ ਵੀ ਮਨਾਉਂਦੇ ਹੁੰਦੇ ਸੀ। ਪਰ ਅੱਜ ਬਹੁਤ ਦੁੱਖ ਹੋ ਰਿਹਾ ਹੈ ਕਿ ਕੁਝ ਲੋਕ ਜੋ ਡੇਰੇ ਦੀ ਗੱਦੀ ਦਾ ਲਾਲਚ ਕਰਕੇ ਬੈਠੇ ਹੈ ਜਾਂ ਡੇਰੇ ਦੀ ਗੱਦੀ ਤੇ ਖੁਦ ਬੈਠਣਾ ਚਾਹੁੰਦੇ ਹੈ, ਉਹਨਾਂ ਸ਼ੈਤਾਨੀ ਲੋਕਾਂ ਨੇ ਗੁਰੂ ਪਿਤਾ ਜੀ ਦੇ ਆਧਾਰ ਕਾਰਡ ਤੋਂ ਹੀ ਬਾਪੂ ਜੀ ਦਾ ਨਾਮ ਆ ਜਿਹੜਾ ਉਹ ਹਟਾ ਦਿੱਤਾ ਹੈ। ਜਿਹੜੀ ਸ਼ੈਤਾਨੀ ਬੇਟੀ ਹੈ ਇਹਨੇ ਇੰਨੀ ਘਟੀਆ ਹਰਕਤ ਕੀਤੀ ਹੈ ਕਿ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ। ਆਪਾਂ ਸਾਰਿਆਂ ਨੂੰ ਪਤਾ ਹੈ, ਚਾਹੇ ਗਰਮੀ ਹੋਵੇ, ਚਾਹੇ ਸਰਦੀ ਹੋਵੇ, ਚਾਹੇ ਤੂਫਾਨ ਹੋਵੇ, ਚਾਹੇ ਮੀਂਹ ਹੋਵੇ, ਗੁਰੂ ਪਿਤਾ ਜੀ ਨੇ 18-18 ਘੰਟੇ ਸਾਧ ਸੰਗਤ 'ਚ ਕੰਮ ਕੀਤਾ। ਐਡੇ ਵੱਡੇ 15 ਫੁੱਟ ਉੱਚੇ ਜਿਹੜੇ ਸੀਗੇ ਟਿੱਬੇ ਸੀ, ਜਿਨ੍ਹਾਂ ਨੂੰ ਮਤਲਬ ਕਿ ਕਰਾ ਕੇ ਗੁਰੂ ਪਿਤਾ ਜੀ ਨੇ ਸਾਧ ਸੰਗਤ ਨੂੰ ਨਾਲ ਲਗਾ ਕੇ ਕਿਵੇਂ ਅੱਜ ਬਾਗ ਬਹਾਰਾਂ ਲਾਈਆਂ। ਤੇ ਜਦੋਂ ਇਹ ਬਾਗ ਬਹਾਰਾਂ ਲੱਗ ਗਈਆਂ ਤੇ ਸ਼ੈਤਾਨੀ ਬੇਟੀ ਹੈ ਜਿਹੜੀ ਉਹ ਵਿਹਲੀ ਬੈਠੀ ਡੇਰੇ ਦੀ ਮਾਲਕ ਬਣ ਕੇ ਬੈਠ ਗਈ। ਪਰ ਕੋਈ ਗੱਲ ਨਹੀਂ, ਸਿਆਣਿਆਂ ਦੀ ਕਹਾਵਤ ਹੈ 4 ਦਿਨਾਂ ਦੀ ਚਾਂਦਨੀ ਤੇ ਫਿਰ ਹਨੇਰੀ ਰਾਤ। ਇਹਨਾਂ ਦੀ ਜਿਹੜੀ 4 ਕੁ ਦਿਨਾਂ ਦੀ ਚਾਂਦਨੀ ਹੈ, ਬਹੁਤ ਜਲਦੀ ਜਿਹੜੀ ਸ਼ੈਤਾਨੀ ਲੋਕਾਂ ਦੀ ਹਨੇਰੀ ਰਾਤ ਆਉਣ ਵਾਲੀ ਹੈ। ਗੁਰੂ ਪਿਤਾ ਜੀ ਦੇ ਵਚਨ ਹਨ ਕਿ ਫਿਰ ਹੱਸਿਆ ਤਾਂ ਕੀ ਰੋਇਆ ਵੀ ਨਹੀਂ ਜਾਣਾ। ਮੌਤ ਮੰਗੋਗੇ ਪਰ ਮੌਤ ਆਏਗੀ ਨਹੀਂ। ਲਾਇਨ ਹਾਰਟ ਫਿਲਮ ਦੇ ਵਿੱਚ ਵੀ ਗੁਰੂ ਪਿਤਾ ਜੀ ਨੇ ਇੱਕ ਡਾਇਲੋਗ ਬੋਲ ਕੇ ਕਿਹਾ ਕਿ ਬਹਾਦਰੋ ਐਸੀ ਕੜੀਆਂ ਜੋੜੋ ਕਿ ਦੁਸ਼ਮਣ ਕੋ ਜਮਦੂਤੀ ਬਾਹਰ ਨਿਕਾਲੇ। ਮਤਲਬ ਕਿ ਸਾਰੀ ਉਮਰ ਆਖਰੀ ਸਵਾਸ ਤੱਕ ਤਾਂ ਇਹ ਲੋਕ ਆ ਜਿਹੜੇ ਸ਼ੈਤਾਨੀ ਲੋਕ ਆ ਜੇਲ੍ਹ ਵਿੱਚ ਰਹਿਣਗੇ। ਮਰਨ ਤੋਂ ਬਾਅਦ ਵੀ ਇਹਨਾਂ ਨੂੰ ਜਮਦੂਤੀ ਲੈ ਕੇ ਜਾਵੇਗਾ, ਮਤਲਬ ਇਹ ਘੋਰ ਨਰਕਾਂ ਦੇ ਵਿੱਚ ਹੀ ਜਾਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਪਿਤਾ ਜੀ ਨੇ ਜਿਸ ਮਿਸ਼ਨ ਨੂੰ ਲੈ ਕੇ ਧਰਤੀ ਤੇ ਅਵਤਾਰ ਧਾਰਨ ਕੀਤਾ ਹੈ, ਅਗਸਤ ਮਹੀਨੇ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਨ ਕੀਤਾ ਹੈ, ਉਹ ਆਪਣਾ ਮਿਸ਼ਨ ਪੂਰਾ ਕਰ ਰਹੇ ਹਨ ਤੇ ਕਰਕੇ ਹੀ ਰਹਿਣਗੇ। ਕਿਸੇ ਵੀ ਮਾਈ ਦੇ ਲਾਲ ਦੀ ਤਾਕਤ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦੇ ਮਿਸ਼ਨ ਤੋਂ ਰੋਕ ਸਕੇ। ਆਪਣੇ ਇੱਕ ਗ੍ਰੰਥ ਹੈ ਸ਼ਾਸਤਰ ਨਾਮ ਜੀ ਸੰਦੇਸ਼ ਭਾਗ 3, ਉਹਦੇ ਵਿੱਚ ਇੱਕ 66 ਨੰਬਰ ਸ਼ਬਦ ਹੈ। ਜੇ ਉਸ ਨੂੰ ਧਿਆਨ ਨਾਲ ਤੁਸੀਂ ਪੜ੍ਹੋਗੇ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਸ਼ਬਦ ਆ ਪੜ੍ਹ ਕੇ ਪਤਾ ਲੱਗ ਜਾਏਗਾ ਕਿ ਗੁਰੂ ਪਿਤਾ ਜੀ ਦਾ ਮਿਸ਼ਨ ਕੀ ਹੈ। ਵੈਸੇ ਤਾਂ ਕਲਯੁਗ ਜਾਏਗਾ, ਸਤਯੁਗ ਆਏਗਾ, ਉਹਦੇ ਵਿੱਚ ਵੀ ਗੁਰੂ ਪਿਤਾ ਜੀ ਦਾ ਮਿਸ਼ਨ ਪਤਾ ਲੱਗਦਾ ਹੈ। ਗ੍ਰੰਥ ਦੇ ਵਿੱਚ ਆਪਣੇ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਹੈ ਜਿਨ੍ਹਾਂ ਤੋਂ ਸਾਨੂੰ ਗੁਰੂ ਪਿਤਾ ਜੀ ਦਾ ਜਿਹੜਾ ਮਿਸ਼ਨ ਹੈ ਧਰਤੀ ਤੇ ਅਵਤਾਰ ਧਾਰਨ ਦਾ ਉਹਦਾ ਬਿਲਕੁਲ ਕਲੀਅਰ ਕੱਟ ਪਤਾ ਲੱਗਦਾ ਹੈ। ਇਹਦੇ ਵਿੱਚ ਵੀ ਇੱਕ ਜਿਹੜਾ ਸ਼ੁਰੂ ਦੇ ਵਿੱਚ ਸ਼ੇਅਰ ਲਿਖਿਆ ਹੋਇਆ ਉਹਦੇ ਵਿੱਚ ਵੀ ਗੁਰੂ ਪਿਤਾ ਜੀ, ਕਿਉਂਕਿ ਇਹ ਜਿਹੜਾ ਗ੍ਰੰਥ ਹੈ ਲਿਖਿਆ ਹੀ ਗੁਰੂ ਪਿਤਾ ਜੀ ਨੇ, ਹਜ਼ੂਰ ਪਿਤਾ ਜੀ ਨੇ ਖੁਦ ਹੀ ਲਿਖਿਆ ਹੋਇਆ ਇਹ ਸਾਰੇ ਸ਼ਬਦ ਇਹਨਾਂ ਦੇ। ਇਹਦੇ ਵਿੱਚ ਸ਼ੇਅਰ ਦੇ ਵਿੱਚ ਲਿਖਦੇ ਆ, ਜਿੱਧਰ ਜਿੱਧਰ ਵੀ ਦੇਖੂੰ ਸਤਿਗੁਰ ਸੱਚਾ ਸੌਦਾ ਕੀ ਜੈ ਜੈਕਾਰ ਹੈ। ਕੋਈ ਆਦਮੀ ਕਹੇ, ਕੋਈ ਸੰਤ ਕਹੇ, कोई कहे गुरु अवतार है। सच तो जय है कि कुल मालक सृष्टि का सृजनहार है। हमें तो मान इस बात का शाह सतनाम जी हमारा दतार है। ਇਹਦੇ 3 ਨੰਬਰ ਕੜੀ ਦੇ ਵਿੱਚ ਗੁਰੂ ਪਿਤਾ ਜੀ ਨੇ ਲਿਖਿਆ ਹੈ ਰਾਮ का जोर नाम की होड़ हुए कई करोड़ जय तो शुरुआत अभी। मतलब ਜਿਹੜੇ ਆ ਕਈ ਕਰੋੜ ਹੋ ਗਏ ਤਾਂ ਪਿਤਾ ਜੀ ਕਹਿੰਦੇ ਵੀ ਅਜੇ ਸ਼ੁਰੂਆਤ ਹੀ ਹੈ। चढ़ता लहंदा झुकेगा हर बंदा झूलेगा सच झंडा सच्चा सौदा छाया। एक ही नाम सच्चा प्रभु नाम राम का नाम सच्चा सौदा छाया। इस तो अगे देखो गुरु पिता जी चौथे च की लिखते हैं काल है चिड़े
दयाल से भिड़े हद से गिरे है सच को रोक रहा। गुरु प्यारी साध संगत जी इस लाइन च गुरु पिता जी बिल्कुल क्लीयर कट कर रहे हैं, मतलब सानू दस रहे हैं वचन, अपना मिशन दस रहे हैं और दस रहे इस मिशन दे विच रोड़ा कौन बन रहा है, रुकावट कौन पा रहा है। यूपी वाला बाबा तो बार बार कहता सी ना मेरा काल नाल समझौता है, ते अपने असल दे विच जो गुरु पिता जी की लिख रहे हैं शब्दां दे विच का भी जदों हुण इह राम नाम दा जोर इन्ना चढ़ूगा ते चढ़दा ते लहंदा झुकूगा तो फिर उदों की काल नू की हो रहा है। काल है चिड़े दयाल से भिड़े हद से गिरे है सच को रोक रहा। सच नहीं रुकना दबाए ना दबना ऊपर और उठना सच्चा सौदा छाया एक ही नाम। फिर अगली कड़ी च लिखा है कलयुग जाना है। काल ने तो खत्म होना, काल ना फिर समझौता किवें हो गया गुरु पिता जी दा। कलयुग जाना है, कलयुग जाना है सतयुग आना। राम राज लाना बहेगी प्रेम गंगा। जात ना पात ना अलग जमात एक औकात सच्चा सौदा छाया। इहदे विच गुरु पिता जी दा मिशन बिल्कुल क्लीयर कट है भी कलयुग ने जाना है सतयुग आना, राम राज लाना, राम राज लेके आएंगे। बहेगी प्रेम गंगा जात ना पात ना अलग जमात एक औकात सच्चा सौदा छाया। ते अखीर दे विच जेहड़ा पैरे च लिखिया जी हम ही थे जी हम ही हैं जी हम रहेंगे जोत एक तीनों में। जी शाह सतनाम जी शाह मस्तान एक है जी दास को अपना मीत बनाया। ਇਹਦੇ ਵਿੱਚ ਗੁਰੂ ਪਿਤਾ ਇਹ ਕਹਿੰਦੇ ਵੀ ਅਸੀਂ ਹਾਂ ਤੇ ਅਸੀਂ ਰਹਾਂਗੇ, ਮਤਲਬ ਸ਼ਾਹ ਮਸਤਾਨ ਜੀ ਵੀ ਉਹ ਸੀ, ਸ਼ਾਹ ਸਤਨਾਮ ਜੀ ਤੇ ਮੀਤ ਵੀ ਹੁਣ ਉਹੀ ਹੈ। MS ਜੀ ਪਿਤਾ ਜੀ ਨੇ ਨਾਮ ਦਿੱਤਾ ਸੀ ਤਾਂ MS ਜੀ ਦਾ ਅਵਤਾਰ ਮਹੀਨਾ ਪਿਤਾ ਜੀ ਨੇ ਕਿਹਾ ਸੀਗਾ ਵੀ ਜਿਹੜਾ ਅਗਸਤ ਮਹੀਨਾ ਉਹ MS ਜੀ ਦਾ ਅਵਤਾਰ ਮਹੀਨਾ, ਮਤਲਬ ਆਪਣੇ ਆਪ ਨੂੰ ਪਿਤਾ ਜੀ ਕੁਛ ਨਹੀਂ ਕਹਿੰਦੇ, ਉਹ ਤਾਂ ਕਹਿੰਦੇ ਵੀ ਹਮ ਥੇ ਹਮ ਹੈ ਤੇ ਹਮ ਹੀ ਰਹੇਂਗੇ। ਵੀ ਸ਼ਾਹ ਸਤਨਾਮ ਸ਼ਾਹ ਮਸਤਾਨ ਤੇ ਵੀ ਆਪਣੇ ਆਪ ਨੂੰ ਮੀਤ ਗੁਰੂ ਪਿਤਾ ਜੀ ਕਹਿ ਰਿਹਾ ਵੀ ਇੱਕ ਹੀ ਹੈ। ਤੇ ਇਸੇ ਕਰਕੇ ਅਗਸਤ ਮਹੀਨੇ ਨੂੰ ਗੁਰੂ ਪਿਤਾ ਜੀ ਕਹਿੰਦਾ ਸੀ MS ਜੀ ਦਾ ਅਵਤਾਰ ਮਹੀਨਾ ਹੈ। ਤੇ ਜਿਹੜਾ ਇਹ ਬਾਬਾ ਆ ਇਹ ਫਿਰ ਕਿਸ ਔਕਾਤ ਨਾਲ ਇਹ ਕਹਿ ਰਿਹਾ ਸੀਗਾ ਕਿ ਮੇਰੇ 'ਚ ਤਾਂ ਪਰਮ ਪਿਤਾ ਜੀ ਮਰਜ ਹੋ ਗਏ ਜਾਂ ਮੇਰੇ 'ਚ ਤਾਂ ਹੁਣ ਮੈਂ 5 ਸਾਲ ਭਗਤੀ ਤੇ ਬੈਠਾ ਰਿਹਾ ਤੇ ਮੇਰੇ ਹੱਥ ਪੈਰ ਜਿਹੜੇ ਵਧੇ ਉਹ ਮੇਰੇ 'ਚ ਪਰਮ ਪਿਤਾ ਜੀ ਆ ਗਏ, ਮੇਰੇ 'ਚ ਪ੍ਰਗਟ ਹੋ ਗਏ। ਜਦੋਂ ਉਹ ਹੈ ਹੀ ਉਹ ਇੱਕ, ਉਹ ਤਾਂ ਦੋ ਹੈ ਹੀ ਇੱਕ ਹੀ ਜੋਤ। ਇਹਦੇ 'ਚ ਕੀ ਕਿਹਾ ਜੋਤ ਇੱਕ तीनों में, ਉਹ ਤਾਂ ਇੱਕ ਹੀ ਜੋਤ ਹੈ। ਤੇ ਫਿਰ ਮਤਲਬ ਕੀ ਰਹਿ ਗਿਆ। ਅੱਛਾ ਫਿਰ ਇਹਨਾਂ ਨੂੰ ਇੱਕ ਹੋਰ ਪੁੱਛਣ ਵਾਲਾ ਹੋਵੇ ਇਸ ਬਾਬੇ ਨੂੰ, ਇੱਕ ਤਾਂ ਮੈਨੂੰ ਹੈਰਾਨੀ ਜਿਹੜੇ ਸਾਹਮਣੇ ਬੈਠੇ ਇੰਨੇ ਗੁੰਗੇ ਬੋਲੇ ਬਣ ਕੇ ਬੈਠੇ ਰਹੇ, ਘੱਟੋ ਘੱਟ ਖੜੇ ਹੋ ਕੇ ਇਹ ਤਾਂ ਪੁੱਛ ਲੈਂਦੇ ਜਦੋਂ ਕਹਿੰਦਾ ਸੀ ਮੇਰੀ ਹਾਈਟ ਵੱਧ ਗਈ, ਮੇਰੇ ਹੱਥ ਵੱਧ ਗਏ, ਮੇਰੇ ਪੈਰ ਵੱਧ ਗਏ ਤੇ ਮੇਰੀਆਂ ਅੱਖਾਂ ਬਦਲ ਗਈਆਂ ਵੀ ਮੇਰੇ 'ਚ ਪਰਮ ਪਿਤਾ ਜੀ ਸਮਾ ਗਿਆ, ਉਦੋਂ ਖੜੇ ਹੋ ਕੇ ਐਂ ਪੁੱਛ ਲੈਂਦੇ ਵੀ ਫਿਰ ਬਾਕੀ ਤਾਂ ਸਾਰਾ ਕੁਛ ਪਰਮ ਪਿਤਾ ਜੀ ਦਾ ਬਣ ਗਿਆ, ਫਿਰ ਜਿਹੜਾ ਇਹ ਫੇਸ ਹੈ ਚਿਹਰਾ ਇਹ ਕਿਉਂ ਨਹੀਂ ਪਰਮ ਪਿਤਾ ਜੀ ਦਾ ਬਣਿਆ, ਜਿਹੜੀ ਆਵਾਜ਼ ਹੈ ਉਹ ਕਿਉਂ ਨਹੀਂ ਪਰਮ ਪਿਤਾ ਜੀ ਦੀ ਬਣੀ ਬਈ। ਜਾਂ ਤਾਂ ਉਹ ਵੀ ਪਰਮ ਪਿਤਾ ਜੀ ਬਣਾ ਕੇ ਲਿਆਉਂਦੇ ਨਾ, ਫਿਰ ਦੇਖ ਲੈਂਦੇ ਵੀ ਉਹਨੂੰ ਕੋਈ ਗੁਰੂ ਮੰਨਦਾ ਜਾਂ ਨਾ ਮੰਨਦਾ। ਮਤਲਬ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਸਾਨੂੰ ਗੁਰੂ ਪਿਤਾ ਜੀ ਨੇ ਗ੍ਰੰਥਾਂ ਦੇ ਵਿੱਚ ਸ਼ਬਦ ਲਿਖੇ ਹੈ ਸਿਰਫ ਉਹਦੇ ਵਿੱਚ ਹੀ ਆਪਣਾ ਮਿਸ਼ਨ ਕਲੀਅਰ ਨਹੀਂ ਕੀਤਾ। ਜਿਹੜੀਆਂ ਫਿਲਮਾਂ ਬਣਾਈਆਂ ਗੁਰੂ ਪਿਤਾ ਜੀ ਨੇ, ਗੁਰੂ ਪਿਤਾ ਜੀ ਨੇ ਜਿਹੜੀਆਂ ਫਿਲਮਾਂ ਬਣਾਈਆਂ ਫਿਲਮਾਂ ਦੇ ਵਿੱਚ ਵੀ ਬਿਲਕੁਲ ਸਾਰਾ ਕੁਝ ਕਹਾਣੀਆਂ ਕਲੀਅਰ ਹੈ। ਆਉਣ ਵਾਲੇ ਸਮੇਂ ਦਾ ਵਿੱਚ ਕਿਵੇਂ ਘਟਨਾਵਾਂ ਘਟਣੀਆਂ ਉਹ ਸਾਰੀਆਂ ਫਿਲਮਾਂ ਦੇ ਵਿੱਚ ਗੁਰੂ ਪਿਤਾ ਜੀ ਨੇ ਦੱਸਿਆ। ਇਸੇ ਕਰਕੇ ਗੁਰੂ ਪਿਤਾ ਜੀ ਨੇ ਕਿਹਾ ਸੀ ਜਿਹੜੀਆਂ ਫਿਲਮਾਂ ਉਹਨਾਂ ਨੂੰ ਵਾਰ-ਵਾਰ ਦੇਖੋ, ਧਿਆਨ ਨਾਲ ਦੇਖੋ। ਆਪਾਂ ਨੂੰ ਕਿਉਂ ਸਤਸੰਗਤ ਤੇ ਭੰਡਾਰਿਆਂ ਦਾ ਫਲ ਦਿੱਤਾ, ਕਿਉਂਕਿ ਗੁਰੂ ਪਿਤਾ ਜੀ ਚਾਹੁੰਦੇ ਸੀ ਕਿ ਜਦੋਂ ਅਸੀਂ ਫਿਲਮਾਂ ਦੇਖਾਂਗੇ ਤਾਂ ਸਾਨੂੰ ਜਿਹੜੀਆਂ ਆਉਣ ਵਾਲੀਆਂ ਘਟਨਾਵਾਂ ਘਟਣੀਆਂ ਉਹਨਾਂ ਦਾ ਵੀ ਸਾਡੀ ਸੰਗਤ ਨੂੰ ਪਤਾ ਚੱਲੂਗਾ। ਹੁਣ ਆਪਾਂ ਦੇਖਿਆ ਜੀ ਜਿਹੜੀ ਲਾਇਨ ਹਾਰਟ ਫਿਲਮ ਹੈ, ਜੇ ਤੁਸੀਂ ਉਹਦੇ शुरुआत दे विच देखो तो ਉਹਦੇ ਵਿੱਚ ਜਿਹੜਾ ਰੌਂਚੀ ਆ ਉਹ ਆ ਕੇ ਕੀ ਕਹਿੰਦਾ ਹੈ ਕਿ ਜਹੀ ਹੈ हमारे लिए सबसे बड़ा खतरा। भी गुरु पिता जी ने की कह रहा है कि जही है हमारे लिए सबसे बड़ा खतरा। 300 साल पहले भी हम इसी की वजह से हारे थे। हमने सोचा था धरती के दूसरे लोगों की तरह 150 साल पहले मर गया होगा, भी जे भी मर गया होगा पर जे आज भी जिंदा है। फिर दूसरा ਜਿਹੜਾ ਉਹਦੇ ਨਾਲ ਵਾਲਾ ਉਹ ਪੁੱਛਦਾ ਉਹਨੂੰ ਕਹਿੰਦਾ ਫਿਰ अब हम इस खतरे से कैसे निपटेंगे। तो फिर ਉੱਥੇ ਰੌਂਚੀ ਕੀ ਕਹਿੰਦਾ ਤੇ ਫਿਰ ਰੌਂਚੀ ਕਹਿੰਦਾ पहले सिर्फ हमने हमला किया था पर अब हम 5 ग्रह मिलकर हमला करेंगे सुपर पावर वेपन्स के साथ। तो गुरु प्यारी साध संगत जी तो की क्लियर हो रहा भी 300 साल पहला 300 साल ਪਹਿਲਾਂ ਵੀ ਗੁਰੂ ਪਿਤਾ ਜੀ ਨੂੰ ਇਹ ਕਿਹਾ ਗਿਆ ਵੀ ਲਾਇਨ ਹਾਰਟ ਦੇ ਵਿੱਚ ਜਦੋਂ ਪਿਤਾ ਜੀ ਇਹ ਵੀ 300 ਸਾਲ ਪਹਿਲਾਂ ਵੀ ਇਹ ਜਿੰਦਾ ਮਤਲਬ ਇਹੀ ਸੀ ਜਿਹਦੇ ਨਾਲ ਰੌਂਚੀ ਕਹਿੰਦਾ ਉਦੋਂ ਮੈਂ ਇਕੱਲਾ ਸੀ, ਇਕੱਲੇ ਨੇ ਇਹਦੇ ਨਾਲ ਮਤਲਬ ਕਿ ਨਿਪਟਿਆ, ਪਰ ਹੁਣ
ਅਸੀਂ ਇਹਦੇ ਨਾਲ ਸੁਪਰ ਪਾਵਰ ਵੈਪਨਸ ਦੇ ਨਾਲ ਨਿਪਟਾਂਗੇ ਤੇ 4 ਗ੍ਰਹਿ ਆ ਜਿਹੜੇ ਹੁਣ ਹੋਰ ਇਕੱਠੇ ਹੋ ਗਏ, ਮਤਲਬ 5 ਜਿਹੜੀਆਂ ਵੱਡੀਆਂ ਸੁਪਰੀਮ ਪਾਵਰ ਹੈ ਉਹ ਗੁਰੂ ਪਿਤਾ ਜੀ ਦੇ ਖਿਲਾਫ ਖੜੀਆਂ ਹੋ ਗਈਆਂ। ਪਰ ਜੇ ਅਸੀਂ ਇਹ ਦੇਖੀਏ ਵੀ ਫਿਰ ਉਸ ਤੋਂ ਬਾਅਦ ਲਾਇਨ ਫਿਲਮ ਦੇ ਵਿੱਚ ਗੁਰੂ ਪਿਤਾ ਜੀ 300 ਸਾਲ ਪੁਰਾਣੀ ਇੱਕ ਕਹਾਣੀ ਲੈ ਜਾਂਦੇ ਜਿਹਦੇ ਵਿੱਚ ਇੱਕ ਸੈਨਾਪਤੀ ਦਿਖਾਉਂਦੇ ਆ ਜੋ ਬਹੁਤ ਯੋਧਾ ਤੇ ਅਖੀਰ ਦੇ ਵਿੱਚ ਉਹੀ ਸੈਨਾਪਤੀ ਆਪਣੀ ਧਰਤੀ ਮਾਂ ਦੀ ਰੱਖਿਆ ਕਰਦਾ ਹੋਇਆ ਧਰਤੀ ਰਕਸ਼ਕ ਬਣ ਜਾਂਦਾ ਹੈ। ਤੇ ਅਗਰ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤ ਦੇਸ਼ ਦੇ ਵਿੱਚ 300 ਸਾਲ ਪਹਿਲਾਂ, ਲਗਭਗ 300 ਸਾਲ ਪਹਿਲਾਂ ਜੇ ਕੋਈ ਗੁਰੂ ਪੀਰ ਅਵਤਾਰ ਜਾਂ ਯੋਧਾ ਇਸ ਧਰਤੀ ਦੀ ਰੱਖਿਆ ਕਰਨ ਵਾਸਤੇ, ਜਿਵੇਂ ਉਸ ਫਿਲਮ ਦੇ ਵਿੱਚ ਦਿਖਾਇਆ ਹੈ ਕਿ ਜਿਹੜੇ ਮੁਸਲਮਾਨ ਹੈ ਉਹ ਜਿਹੜੇ ਸੀਗੇ ਰਾਜੇ ਸੀ ਉਹ ਲੜਕੀਆਂ ਨੂੰ ਉਠਾ ਕੇ ਲੈ ਜਾਂਦੇ ਸੀ ਤੇ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਸੀ। ਤਾਂ ਅਗਰ ਅਸੀਂ ਉਸ 300 ਸਾਲ ਪਹਿਲਾਂ ਦੀ ਗੱਲ ਕਰਾਂਗੇ ਤਾਂ ਸਾਡੀ ਇਸ ਭਾਰਤ ਦੀ ਧਰਤੀ ਤੇ ਇੱਕੋ ਹੀ ਗੁਰੂ ਪੀਰ ਅਵਤਾਰ ਹੋਇਆ, ਯੋਧਾ ਹੋਇਆ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਦਾ ਅਵਤਾਰ ਹੋਇਆ, ਉਹਨਾਂ ਨੇ ਹੀ ਜਿਹੜਾ ਹੈਗਾ ਜ਼ੁਲਮ ਦਾ ਖਾਤਮਾ ਕੀਤਾ। ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਉਹ ਝੁਕੇ ਨਹੀਂ ਹੈ ਕਿਸੇ ਦੇ ਅੱਗੇ। ਉਹ ਤਾਂ ਕੀ, ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਜਿਹੜੇ ਉਹ ਝੁਕੇ ਨਹੀਂ ਹੈ। ਧਰਮ ਦੀ ਸਥਾਪਨਾ ਉਹਨਾਂ ਨੇ ਕੀਤੀ ਹੈ। ਹਾਂ, ਕ੍ਰਿਸ਼ਨ ਜੀ ਨੇ ਵੀ ਜਦੋਂ ਮਤਲਬ ਕਿ ਗੀਤਾ ਦਾ ਉਪਦੇਸ਼ ਦੇ ਰਿਹਾ 6ਵੇਂ ਅਧਿਆਏ ਦੇ ਵਿੱਚ, ਉਹ ਕ੍ਰਿਸ਼ਨ ਜੀ ਵੀ ਕਹਿ ਰਹੇ ਵੀ ਜਦੋਂ ਇਸ ਧਰਤੀ ਤੇ ਅਧਰਮ ਵਧੂਗਾ ਤਾਂ ਧਰਮ ਦੀ ਰੱਖਿਆ ਦੇ ਵਾਸਤੇ, ਸੱਚ ਦੀ ਰੱਖਿਆ ਦੇ ਵਾਸਤੇ ਕਹਿੰਦੇ ਮੈਂ ਉਦੋਂ ਹੀ ਅਵਤਾਰ ਲਊਂਗਾ। ਤਾਂ ਉਹ ਜਦੋਂ ਮਤਲਬ ਧਰਤੀ ਦੇ ਉੱਤੇ ਪਾਪ ਜ਼ਿਆਦਾ ਵੱਧ ਜਾਂਦੇ, ਜਦੋਂ ਜ਼ਿਆਦਾ ਅਧਰਮੀ ਲੋਕ ਇਕੱਠੇ ਹੋ ਜਾਂਦੇ ਆ ਤਾਂ ਜਿਹੜੀਆਂ ਰੂਹਾਂ ਹੁੰਦੀਆਂ ਉਹ ਪੁਕਾਰਦੀਆਂ ਜਦੋਂ ਜਾ ਕੇ ਸਤਿਗੁਰ ਦੇ ਅੱਗੇ, ਅਕਾਲ ਪੁਰਖ ਦੇ ਅੱਗੇ, ਤਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਕਿਸੇ ਪਿਆਰੇ ਨੂੰ ਇਸ ਧਰਤੀ ਤੇ ਭੇਜਦੇ ਆ ਜਿਹੜੇ ਕਿ ਉਹ ਬੁਰਾਈ ਖਤਮ ਕਰ ਦਿੰਦੇ, ਜੜ ਤੋਂ ਬੁਰਾਈ ਨੂੰ ਖਤਮ ਕਰ ਦਿੰਦੇ ਆ ਤੇ ਫਿਰ ਜਿਹੜਾ ਸੱਚ ਦਾ ਰਾਜ ਸਥਾਪਿਤ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਮਤਲਬ ਉਹਨਾਂ ਦੀ ਜੋ ਜਨਮ ਸਾਖੀ ਹੈ, ਉਹਨਾਂ ਨੇ ਬਚਿੱਤਰ ਨਾਟਕ ਇੱਕ ਲਿਖਿਆ ਹੋਇਆ। ਉਹਨਾਂ ਦੇ ਵਿੱਚ ਉਹਨਾਂ ਦੀ ਜਨਮ ਸਾਖੀ ਬਾਰੇ ਉਹਨਾਂ ਨੇ ਕੀ ਲਿਖਿਆ, ਥੋੜਾ ਜਿਹਾ ਤੁਹਾਨੂੰ ਉਹਨਾਂ ਦੇ ਜਨਮ ਬਾਰੇ ਵੀ ਦੱਸਿਆ ਜਾਵੇਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਜੀਵਨ ਦਾ ਜਾਣ ਦਾ ਢੰਗ ਕੀ ਸੀ ਉਹ ਵੀ ਸਾਰਿਆਂ ਨਾਲੋਂ ਨਿਰਾਲਾ ਹੈ, ਅਲੱਗ ਹੈ। ਇੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੇ ਗੁਰੂ ਹੋਏ ਆ ਜਿਨ੍ਹਾਂ ਨੇ ਆਪਣੀ ਜੀਵਨੀ ਆਪ ਲਿਖੀ ਹੈ। ਬਚਿੱਤਰ ਨਾਟਕ ਜੇ ਤੁਸੀਂ ਪੜ੍ਹੋਗੇ ਤਾਂ ਉਹਦੇ ਵਿੱਚ ਉਹਨਾਂ ਨੇ ਆਪਣੀ ਜੀਵਨੀ ਆਪ ਲਿਖੀ ਹੈ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਅਵਤਾਰ ਦੀ ਗੱਲ ਕੀਤੀ ਹੈ। ਉਹਨਾਂ ਦਾ ਭਾਗ ਪਹਿਲਾ ਹੈ ਗੁਰੂ ਅਵਤਾਰ। ਉਹਦੇ ਵਿੱਚ ਉਹ ਲਿਖਦੇ ਆ ਵੀ ਜਦ ਕਦੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਸ੍ਰਿਸ਼ਟੀ ਵਿੱਚ ਹਾਹਾਕਾਰ ਮਚ ਜਾਂਦੀ ਹੈ। ਸਤੋ ਗੁਣੀ ਭਲੇ ਸਤ ਪੁਰਸ਼ ਦੁਖੀ ਹੋ ਕੇ ਪਰੋਖੇ ਜਾ ਬੈਠਦੇ ਹਨ ਤੇ ਰਾਖਸ਼ ਬੁੱਧੀ ਰਜੋ ਤੇ ਤਮੋ ਗੁਣੀ ਮਹਾ ਅਪਵਾਦੀਆਂ ਜ਼ਾਲਮਾਂ ਦੀ ਜਿੱਥੇ ਕਿਤੇ ਤੂਤੀ ਬੋਲਦੀ ਹੈ। ਜਦ ਇਸ ਤਰ੍ਹਾਂ ਘੋਰ ਜ਼ੋਰ ਜ਼ੁਲਮ ਤੇ ਪਾਪ ਦੀ ਕਾਲੀ ਬੋਲੀ ਹਨੇਰੀ ਚੜ੍ਹਦੀ ਹੈ ਤਾਂ ਉਹ ਦ੍ਰਿਸ਼ਟ ਸਤ ਚਿੱਤ ਆਨੰਦ ਨਿਰੰਕਾਰ ਜਿਸ ਦੇ ਆਸਰੇ ਧਰਮ ਧੌਲ ਖੜਾ ਹੈ ਆਪਣੇ ਨੂਰ ਦੀ ਬਿਜਲੀ ਲਿਸ਼ਕਾਉਂਦਾ ਹੈ ਜਿਸ ਨਾਲ ਪਾਪੀਆਂ ਜ਼ਾਲਮਾਂ ਨੂੰ ਭੈ ਅਤੇ ਸੱਤ ਪੁਰਖਾਂ ਨੂੰ ਉਸ ਦੀ ਹੋਂਦ ਦੀ ਧੀਰਜ ਵੱਜ ਜਾਂਦੀ ਹੈ। ਜਦੋਂ ਦੁਨੀਆ ਦੇ ਰਾਜੇ ਅਤੀ ਜ਼ਾਲਮ ਹੋ ਕੇ ਪਰਜਾ ਨੂੰ ਜ਼ੁਲਮ ਨਾਲ ਅਕਾਰਨ ਬਿਨਾਂ ਕਿਸੇ ਕਾਰਨ ਦੇ ਤੰਗ ਕਰਦੇ ਹਨ ਤਾਂ ਪਰਜਾ ਦੇ ਲੋਕ ਅਤੀ ਦੁਖੀ ਹੋ ਕੇ ਆਪਣੀ ਰੱਖਿਆ ਵਾਸਤੇ ਅਨੰਤ ਸ਼ਕਤੀ ਅੱਗੇ ਪੁਕਾਰ ਕਰਦੇ ਹਨ ਜਿਸ ਨੂੰ ਨਿਵਾਰਨ ਵਾਸਤੇ ਨਿਰੰਕਾਰ ਕਿਸੇ ਮਹਾ ਵਿਅਕਤੀ ਨੂੰ ਸੰਸਾਰ ਤੇ ਭੇਜਦਾ ਹੈ। ਹੁਣ ਅਜਿਹਾ ਹੀ ਸਮਾਂ ਸੀ ਜਦ ਕਿ ਹਿੰਦੂ ਪਰਜਾ ਔਰੰਗਜ਼ੇਬ ਦੇ ਜ਼ੁਲਮ ਰਾਜ ਹੇਠਾਂ ਬੜੀ ਦੁਖੀ ਸੀ। ਇਸ ਸਮੇਂ ਕਿਸੇ ਸੰਤ ਸਿਪਾਹੀ ਵਿਅਕਤੀ ਦੀ ਲੋੜ ਸੀ ਜਿਹੜਾ ਕਿ ਜ਼ਾਲਮ ਦੇ ਜ਼ੁਲਮ ਦਾ ਟਾਕਰਾ ਕਰਨ ਦੇ ਯੋਗ ਹੋਵੇ, ਜਿਸ ਵਿੱਚ ਸ਼ਕਤੀ ਅਤੇ ਭਗਤੀ ਦੋਵੇਂ ਗੁਣ ਹਾਜ਼ਰ ਹੋਣ, ਜੋ ਸ਼ਕਤੀ ਨਾਲ ਭਗਤੀ ਦੀ ਰੱਖਿਆ ਕਰ ਸਕੇ ਅਤੇ ਭਗਤੀ ਨਾਲ ਜ਼ਾਲਮ ਦੀ ਸ਼ਕਤੀ ਨੂੰ ਪ੍ਰਹਾਰ ਕਰ ਸਕੇ। ਇਸ ਮਹਾਨ ਕਾਰਜ ਵਾਸਤੇ ਨਿਰੰਕਾਰ ਜੀ ਨੇ ਇੱਕ ਤਪ ਕਰ ਰਹੇ ਮਹਾ ਤਪਸਵੀ ਨੂੰ ਆਪਣੇ ਪੁੱਤਰ ਦਾ ਮਾਣ ਬਖਸ਼ ਕੇ ਸੰਸਾਰ ਵਿੱਚ ਭੇਜਿਆ। ਜੈਸਾ ਕਿ ਗੁਰੂ ਜੀ ਨੇ ਫਿਰ ਆਪਣੀ ਜਿਹੜੀ ਕਥਾ ਬਚਿੱਤਰ ਨਾਟਕ ਦੇ ਵਿੱਚ ਉਹਨਾਂ ਨੂੰ ਲਿਖਿਆ ਵੀ, ਉਹਨਾਂ ਨੇ ਕਾਵ ਰੂਪ ਦੇ ਵਿੱਚ ਲਿਖਿਆ ਹੋਇਆ ਹੈ। ਉਹਦੇ ਵਿੱਚ ਸ਼੍ਰੀ ਮੁੱਖ ਵਾਕ ਚੌਪਾਈ ਸ਼ੁਰੂ ਦੇ ਵਿੱਚ ਲਿਖਦੇ ਆ, ਅਬ ਮੈਂ ਆਪਣੀ ਕਥਾ ਬਖਾਨੋ तप साधत जह विधि मोह आनो हेम कुंट पर्वत है जहाँ सप्त श्रृंग सोबत है तहाँ
ਕਹਿੰਦੇ ਵੀ ਸਪਤ ਸ੍ਰਿੰਗ ਪਰਬਤ ਹੈ, ਉਹਦੇ ਵਿੱਚ ਜਿੱਥੇ ਪਾਂਡਵ ਰਾਜ ਨੇ ਜੋਗ ਕਮਾਇਆ ਸੀ, ਜਿਹੜੇ ਪਾਂਡਵ ਹੋਏ ਸੀ ਉਹਨਾਂ ਦੇ ਰਾਜੇ ਨੇ ਜੋਗ ਕਮਾਇਆ ਸੀ। ਉੱਥੇ ਹੇਮਕੁੰਟ ਚੋਟੀ ਤੇ ਕਹਿੰਦੇ ਅਸੀਂ ਬਹੁਤ ਤਪੱਸਿਆ ਕਰਕੇ ਨਿਰੰਕਾਰ ਨਾਲ ਇੱਕ ਰੂਪ ਹੋ ਗਏ ਸੀ। ਫਿਰ ਕਹਿੰਦੇ ਵੀ ਸਪਤ ਸ੍ਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ, ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਰਾਧੀ। ਫਿਰ ਅੱਗੇ ਲਿਖਦੇ ਆ ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੈ ਗਇਓ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਤਿਨ ਜੋ करी अलख की सेवा, ताते भय प्रसन्न गुरदेवा, तिन प्रभ जब आय मोह दिया, तब हम जन्म कलु में लिया, चेतना भयो हमरो आवन कह, चुभी रही सरत प्रभ चरणन में, ज्यो त्यो प्रभ हमको समझायो, एम कह के ਇਹ ਲੋਕ ਪਠਾਇਓ। ਇੱਥੇ ਗੁਰੂ ਜੀ ਕਹਿੰਦੇ ਵੀ ਜਿਹੜੇ ਸਾਡੇ ਮਤਲਬ ਮਾਤਾ ਜੀ ਸੀ ਗੁਜਰੀ ਜੀ ਤੇ ਪਿਤਾ ਗੁਰੂ ਤੇਗ ਬਹਾਦਰ ਜੀ ਸੀ, ਉਹਨਾਂ ਨੇ ਆਪਣੇ ਘਰ ਪੁੱਤਰ ਪ੍ਰਾਪਤੀ ਵਾਸਤੇ ਅਕਾਲ ਪੁਰਖ ਦੀ ਬਹੁਤ ਆਰਾਧਨਾ ਕੀਤੀ। ਅਕਾਲ ਪੁਰਖ ਨੇ ਉਹਨਾਂ ਦੀ ਭਗਤੀ ਉੱਪਰ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਆਖਿਆ, ਪਰ ਮੇਰੀ ਜਿਹੜੀ ਬਿਰਤੀ ਹੈ ਕਹਿੰਦੇ ਅਕਾਲ ਪੁਰਖ ਦੇ ਸਿਮਰਨ ਰੂਪੀ ਚਰਨਾਂ ਵਿੱਚ ਹੀ ਲੱਗੀ ਹੋਈ ਸੀ, ਇਸ ਕਰਕੇ ਮੇਰਾ ਸੰਸਾਰ ਵਿੱਚ ਆਉਣ ਵਾਸਤੇ ਚਿੱਤ ਨਹੀਂ ਸੀ ਕਰਦਾ। ਪਰੰਤੂ ਪ੍ਰਭੂ ਨੇ ਮੈਨੂੰ ਜਿਸ ਤਰ੍ਹਾਂ ਵੀ ਹੋ ਸਕਿਆ ਸਮਝਾਇਆ ਬੁਝਾਇਆ ਤੇ ਇਸ ਤਰ੍ਹਾਂ ਮੈਨੂੰ ਇਸ ਸੰਸਾਰ ਵਿੱਚ ਭੇਜ ਦਿੱਤਾ, ਕਿਉਂਕਿ ਅਖੀਰ ਦੇ ਵਿੱਚ ਕਹਿੰਦੇ ਵੀ ਜਿਉ ਤਿਉ ਪ੍ਰਭੂ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ, ਵੀ ਸਾਨੂੰ ਇਸ ਸੰਸਾਰ ਵਿੱਚ ਭੇਜ ਦਿੱਤਾ। ਅਕਾਲ ਪੁਰਖ ਜੀ ਨੇ ਸਮਝਾਇਆ ਕਿ ਜਿਤਨੇ ਵੀ ਅੱਗੇ ਮੈਂ ਵੱਡੇ ਵੱਡੇ ਪੀਰ ਪੈਗੰਬਰ ਤੇ ਅਵਤਾਰ ਭੇਜੇ ਹਨ, ਉਹ ਸਾਰੇ ਆਪਣਾ ਨਾਮ ਹੀ ਜਪਾਉਣ ਵਿੱਚ ਲੱਗ ਪਏ। ਕਿਸੇ ਨੇ ਵੀ ਸਤਨਾਮ ਪਰਮੇਸ਼ਵਰ ਦਾ ਨਾਮ ਨਹੀਂ ਜਪਾਇਆ, ਸਾਰੇ ਆਪਣੇ ਆਪ ਵਿੱਚ ਹੀ ਲੱਗ ਪਏ, ਪਾਰ ਬ੍ਰਹਮ ਨੂੰ ਕਿਸੇ ਨੇ ਨਾ ਪਛਾਣਿਆ। ਇਸ ਕਰਕੇ ਅਕਾਲ ਪੁਰਖ ਨੇ ਕਿਹਾ, ਫਿਰ ਅੱਗੇ ਉਹ ਮਤਲਬ ਕਿ ਚੌਪਾਈ ਲਿਖਦੇ ਆ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰ ਬਹਿ ਕਹਿ ਸਾਜਾ, ਜਾਹੇ ਤਹਾਂ ਤੇ ਧਰਮ ਚਲਾਏ, ਕੋ ਬਿੱਧ ਕਰਨ ਤੇ ਲੋਕ ਹਟਾਏ। ਕਹਿੰਦੇ ਮੈਂ ਤੈਨੂੰ ਕਹਿੰਦੇ ਵੀ ਪ੍ਰਮਾਤਮਾ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਆਪਣੇ ਪੁੱਤਰ ਦਾ ਸਨਮਾਨ ਦੇ ਕੇ ਇੱਕ ਪੰਥ ਸਾਜਣ ਵਾਸਤੇ ਭੇਜਦਾ ਹਾਂ, ਉੱਥੇ ਜਗਤ ਵਿੱਚ ਜਾ ਕੇ ਧਰਮ ਦਾ ਰਸਤਾ ਤੋਰੋ ਤੇ ਖੋਟੇ ਕਰਮ ਕਰਨ ਤੋਂ ਲੋਕਾਂ ਨੂੰ ਹਟਾਓ। ਅਕਾਲ ਪੁਰਖ ਤੋਂ ਕਹਿੰਦੇ ਫਿਰ ਮੈਂ ਇਹ ਹੁਕਮ ਸੁਣ ਕੇ ਆਪ ਜੀ ਫਿਰ ਫਰਮਾਉਂਦੇ ਆ, ਦੋਹਰਾ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਫਿਰ ਕਹਿੰਦੇ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਤੇ ਸਿਰ ਨਿਵਾ ਕੇ ਬੇਨਤੀ ਕੀਤੀ ਕਿ ਮਹਾਰਾਜ ਜ਼ੋਰ ਜ਼ੁਲਮ ਦਾ ਟਾਕਰਾ ਕਰਨ ਵਾਲਾ ਪੰਥ ਤਦ ਹੀ ਚੱਲ ਸਕਦਾ ਹੈ ਜੇਕਰ ਤੁਸੀਂ ਆਪ ਸਹਾਈ ਹੋਵੋ। ਫਿਰ ਆਪ ਜੀ ਫਰਮਾਉਂਦੇ ਹਨ, ਮਤਲਬ ਫਿਰ ਅਕਾਲ ਪੁਰਖ ਮਤਲਬ ਉਹਨਾਂ ਨੂੰ ਕਹਿ ਰਿਹਾ, ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ, ਜਿਮ ਤੈਨ ਕਹੀ ਤਿਨੈਕ ਤਿਮ ਕਹਿਓ, ਔਰ ਕਿਸੂ ਤੇ ਬੈਰ ਨਾ ਗਇਓ। ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਜਦ ਇਸ ਕਾਰਜ ਵਾਸਤੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਜਗਤ ਵਿੱਚ ਆਇਆ ਹਾਂ। ਜਿਸ ਤਰ੍ਹਾਂ ਉਸ ਅਕਾਲ ਪੁਰਖ ਨੇ ਮੈਨੂੰ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਉਹਨਾਂ ਜ਼ਾਲਮ ਲੋਕਾਂ ਨੂੰ ਸਮਝਾਵਾਂਗਾ, ਹੋਰ ਕਿਸੇ ਪਾਸੋਂ ਮੈਂ ਆਪਣਾ ਵੈਰ ਨਹੀਂ ਲਵਾਂਗਾ। ਆਪ ਜੀ ਦੇ ਇਹਨਾਂ ਮੁੱਖ ਵਾਕ ਬਚਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਵੀ ਦੁਨੀਆ ਉੱਤੇ ਜ਼ੁਲਮ ਤੇ ਜਦੋਂ ਅਤਿਆਚਾਰ ਵੱਧਦਾ ਹੈ ਤਾਂ ਅਕਾਲ ਪੁਰਖ ਜਿਹੜਾ ਆਪ ਜੀ ਨੂੰ ਦੀਨਾਂ ਦੀ ਰੱਖਿਆ ਵਾਸਤੇ ਸਮੇਂ ਅਨੁਸਾਰ ਯੋਗ ਸਮਝ ਕੇ ਹੇਮਕੁੰਟ ਪਰਬਤ ਉੱਤੇ ਤਪ ਕਰਦੇ ਹੋਏ ਆਪਣੇ ਵਿੱਚ ਇੱਕ ਰੂਪ ਹੋਏ ਵਿਅਕਤੀ ਨੂੰ ਉਸਦੇ ਮਾਤਾ ਪਿਤਾ ਦੇ ਰਾਹੀਂ ਸੰਸਾਰ ਤੇ ਪ੍ਰਗਟ ਕੀਤਾ, ਜਿਨ੍ਹਾਂ ਨੇ ਪ੍ਰਭੂ ਦੀ ਜਿਹੜੀ ਭਗਤੀ ਕਰਕੇ ਪੁੱਤਰ ਦੀ ਮੰਗ ਕੀਤੀ ਹੋਈ ਸੀ। ਤੇ ਆਪਾਂ ਇਹਦੇ ਵਿੱਚ ਦੇਖਿਆ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ ਕਿ ਜੋ ਅਕਾਲ ਪੁਰਖ ਹੈ ਜਦੋਂ ਰੂਹਾਂ ਜਾ ਕੇ ਜ਼ਿਆਦਾ ਕਰਲਾਉਣ ਲੱਗ ਜਾਂਦੀਆਂ ਤਾਂ ਉਦੋਂ ਫਿਰ ਖੁਦ ਅਕਾਲ ਪੁਰਖ ਉਹਨਾਂ ਦੇ ਕੋਲ ਜਦੋਂ ਹੇਮਕੁੰਟ ਸਾਹਿਬ ਤੇ ਬੈਠੇ ਭਗਤੀ ਕਰ ਰਹੇ ਹੁੰਦੇ ਆ ਤੇ ਉਹਨਾਂ ਨੂੰ ਆ ਕੇ ਆਪਣਾ ਦੱਸਦੇ ਆ ਮਿਸ਼ਨ ਵੀ ਤੂੰ ਇਹ ਜਾ ਕੇ ਜਿਹੜਾ ਹੈਗਾ ਇਸ ਟਾਈਮ ਉੱਥੇ ਲੋਕਾਂ ਦੀ ਰੱਖਿਆ ਕਰਨੀ ਹੈ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਅਸੀਂ ਦੇਖਦੇ ਹਾਂ ਕਿ ਵੀ ਸਾਰਿਆਂ ਤੋਂ ਅਲੱਗ ਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਾਖੀ ਦੀ ਜਿਹੜੀ ਕਹਾਣੀ ਹੈ, ਇਸੇ ਤਰ੍ਹਾਂ ਜਿਹੜਾ ਇਹਨਾਂ ਦੇ ਗੁਰੂ ਸਾਹਿਬ ਦਾ ਆਖਰੀ ਸਮਾਂ ਉਹ ਵੀ ਇਹਨਾਂ ਦਾ ਬਿਲਕੁਲ ਬਾਕੀ ਜਿੰਨੇ ਵੀ ਹੁਣ ਤੱਕ ਗੁਰੂ ਪੀਰ ਅਵਤਾਰ ਹੋਏ ਉਹਨਾਂ ਤੋਂ ਬਿਲਕੁਲ ਅਲੱਗ ਹੈ। ਤਾਂ ਇਹਨਾਂ ਦੇ ਲਾਸਟ ਦੇ ਵਿੱਚ ਕੀ ਹੁੰਦਾ, ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਲਈ ਤੇ ਆਪਾਂ ਨੂੰ ਪਤਾ ਹੈ ਕਿ ਕਿਵੇਂ ਖਾਲਸਾ ਨੇ ਫਿਰ ਜਿਹੜਾ ਜੰਗਾਂ ਲੜੀਆਂ ਤਾਂ ਗੁਰੂ ਸਾਹਿਬ ਨੇ ਕਿਵੇਂ 40-40 ਸਿੰਘ ਵੀ 10-10 ਲੱਖ ਫੌਜ ਦੇ ਨਾਲ ਲੜ ਲੈਂਦੇ ਸੀ। ਇੰਨੀ ਸ਼ਕਤੀ ਉਹਨਾਂ ਨੇ ਸਿੰਘਾਂ ਦੇ ਵਿੱਚ ਪੈਦਾ ਕਰਤੀ। ਉਹਨਾਂ ਨੇ ਕਿਹਾ ਵੀ ਸੀਗਾ ਵੀ 1.25 ਲੱਖ ਸੇ ਇੱਕ ਲੜਾਊਂ ਤਬੀ ਗੋਬਿੰਦ ਸਿੰਘ ਨਾਮ ਕਹਾਊਂ, ਵੀ ਇੱਕ ਸਿੰਘ ਨੂੰ 1.25 ਲੱਖ ਫੌਜ ਦੇ ਨਾਲ ਮਤਲਬ ਲੜਾਉਣ ਦੇ ਕਾਬਲ ਕਰ ਦਿੱਤਾ ਸੀ ਉਹਨਾਂ ਨੇ।
ਤਾਂ ਅਖੀਰ ਦੇ ਵਿੱਚ ਜਦੋਂ ਉਹ ਤਲਵੰਡੀ ਸਾਬੋ ਦੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਇੱਥੇ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਤੇ ਨੰਦੇੜ ਚਲੇ ਜਾਂਦੇ ਆ, ਵਾਪਸ ਜਦੋਂ ਉਹ ਦੱਖਣ ਨੂੰ ਚਲੇ ਜਾਂਦੇ ਆ ਤਾਂ ਉੱਥੇ ਅਚਾਨਕ ਕੀ ਹੁੰਦਾ ਹੈ, ਇੱਕ ਦਿਨ ਗੁਰੂ ਸਾਹਿਬ ਆ ਜਿਹੜੇ ਹੈਗੇ ਆ ਗੁਰੂ ਜੀ ਦੇ ਦੋਵੇਂ ਵੇਲੇ ਉੱਥੇ ਦੀਵਾਨ ਲੱਗਦੇ ਹੁੰਦੇ ਸੀ ਹਜੂਰ ਸਾਹਿਬ, ਨੰਦੇੜ ਦੱਖਣ ਦੇ ਵਿੱਚ ਹੈ। ਤਾਂ ਉੱਥੇ ਜਿਹੜੇ ਲੋਕ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਆਉਂਦੇ ਹੁੰਦੇ ਸੀ, ਪਰ ਕਈ ਜਿਹੜੇ ਮੁਸਲਮਾਨ ਲੋਕ ਸੀ ਉਹ ਵੀ ਉਹਨਾਂ ਦੇ ਸ਼ਰਧਾਲੂ ਬਣ ਗਏ। ਉਹਨਾਂ ਨੇ ਵੀ ਅੰਮ੍ਰਿਤ ਛਕ ਕੇ ਤੇ ਨਾਲ ਹੀ ਉਹ ਜਿਹੜਾ ਸੀਗਾ ਖਾਲਸਾ ਫੌਜ ਦੇ ਵਿੱਚ ਰਲ ਗਏ। ਤਾਂ ਇੱਕ ਦਿਨ ਕੀ ਹੁੰਦਾ ਹੈ ਕਿ ਦੋ ਪਠਾਨ ਹੁੰਦੇ ਆ, ਉਹ ਅਚਾਨਕ ਗੁਰੂ ਸਾਹਿਬ ਦੇ ਜਿਹੜਾ ਹੈਗਾ ਉਹ ਛੁਰਾ ਮਾਰ ਦਿੰਦੇ ਆ ਸਰੀਰ ਦੇ ਵਿੱਚ, ਪੇਟ ਦੇ ਵਿੱਚ ਕਟਾਰ ਦੇ 2 ਵਾਰ ਕਰ ਦਿੰਦੇ ਆ। ਤਾਂ ਉਹ ਜਿਹੜੀ ਹੈਗੀ ਆ ਉਹਨਾਂ ਦਾ ਗੁੱਲ ਖਾਂ ਇੱਕ ਦਾ ਨਾਮ ਹੁੰਦਾ, ਇੱਕ ਦਾ ਨਾਂ ਰੁਸਤਮ ਖਾਨ, ਜੁਸਤਮ ਖਾਨ ਕੋਈ ਨਾਮ ਇਸ ਤਰ੍ਹਾਂ ਦਾ। ਤਾਂ ਗੁਰੂ ਸਾਹਿਬ ਜਦੋਂ ਦੇਖਿਆ ਜਾਂਦਾ ਵੀ ਜਿਹੜੇ ਸਿੱਖ ਦੇਖਦੇ ਆ ਵੀ ਗੁਰੂ ਸਾਹਿਬ ਨੂੰ ਜ਼ਖਮੀ ਕਰ ਦਿੱਤਾ ਗਿਆ ਤਾਂ ਉਹ ਬਹੁਤ ਜ਼ਿਆਦਾ ਘਬਰਾ ਜਾਂਦੇ ਆ। ਤਾਂ ਫਿਰ ਗੁਰੂ ਸਾਹਿਬ ਨੇ ਉੱਥੇ ਸਿੰਘਾਂ ਨੂੰ ਹੌਸਲਾ ਦਿੱਤਾ ਤਾਂ ਬਚਨ ਕੀਤੇ ਵੀ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ, ਵੀ ਅਕਾਲ ਪੁਰਖ ਦਾ ਭਾਣਾ ਤਾਂ ਅਟਲ ਹੈ, ਟਲਦਾ ਨਹੀਂ ਹੈ। ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਇਲਾਜ ਕਰਵਾਇਆ ਜਾਂਦਾ, ਜਿਹੜਾ ਅੱਛਾ ਕੋਈ ਵੈਦ ਸੱਦ ਕੇ ਸਿਆਣੇ ਵੈਦ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਇਲਾਜ ਕਰਵਾਇਆ ਜਾਂਦਾ ਹੈ। ਤਾਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਫਿਰ ਜੋਤੀ ਜੋਤ ਸਮਾਉਣ ਦੀ ਤਿਆਰੀ ਲਿਖੀ ਹੈ ਉਸ ਸਾਖੀ ਦੇ ਵਿੱਚ। ਤਾਂ ਉਹ ਕਹਿੰਦੇ ਵੀ ਜਿਹੜੀ ਕੱਤਕ ਸੁਦੀ ਸੀਗੀ 1708, ਉਸ ਦਿਨ ਫਿਰ ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਰਕੇ ਅੰਮ੍ਰਿਤ ਛਕਣਾ, ਕੇਸ ਰੱਖਣੇ, ਕੱਛਾ ਪਹਿਨਣਾ, ਸ਼ਾਸਤਰਾਂ ਨੂੰ ਸਦਾ ਅੰਗ ਸੰਗ ਰੱਖਣਾ, ਇਹਦਾ ਹੁਕਮ ਦਿੱਤਾ। ਤੇ ਇੱਕ ਅਕਾਲ ਪੁਰਖ ਦੀ ਪੂਜਾ ਤੇ ਭਾਣਾ ਮੰਨਣਾ ਤੇ ਖਾਲਸਾਈ ਦਾ ਮੁੱਖ ਉਦੇਸ਼ ਦੱਸਿਆ। ਇਸੇ ਤਰ੍ਹਾਂ ਉਪਦੇਸ਼ ਧੀਰਜ ਤੇ ਖਾਲਸਾ ਪੰਥ ਦਾ ਉਦੇਸ਼ ਕਰਕੇ ਕਹਿੰਦੇ ਆਪ ਜੀ ਜਿਹੜੀ ਸੀਗੀ 1708 ਨੂੰ ਵੀ 10 ਅਕਤੂਬਰ 1708 ਨੂੰ ਆਪਣੀ ਅੰਤਮ ਤਿਆਰੀ ਕਰਕੇ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ ਦੇ ਵਾਕ ਅਨੁਸਾਰ ਆਪਣੀ ਜੋਤੀ ਜਿਸ ਮਹਾਜੋਤੀ ਵਿੱਚੋਂ ਆਈ ਸੀ ਉਸ ਵਿੱਚ ਲੀਨ ਕਰਨ ਵਾਸਤੇ ਮਤਲਬ ਕਿ ਖਾਲਸਾ ਜੀ ਨੂੰ ਹੁਕਮ ਕੀਤਾ ਕਿ ਸਾਡਾ ਅੰਗੀਠਾ ਤਿਆਰ ਕਰੋ ਤੇ ਉਸਦੇ 4 ਚੁਫੇਰੇ ਦੀਆਂ ਕਨਾਤਾਂ ਲਾ ਦਿਓ। ਤਾਂ ਇਹਨਾਂ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਦਾ ਸਿੰਘਾਂ ਨੇ ਇੱਕ ਚੰਦਨ ਦਾ ਅੰਗੀਠਾ ਤਿਆਰ ਕਰ ਲਿਆ ਤੇ ਉਹਦੇ ਆਲੇ ਦੁਆਲੇ ਉਹਨਾਂ ਨੇ ਜਿਹੜੀਆਂ ਕਨਾਤਾਂ ਲਾਤੀਆਂ। ਅੰਗੀਠਾ ਹੁੰਦਾ ਕਈ ਵਾਰੀ ਕਿਸੇ ਨੂੰ ਪਤਾ ਨਹੀਂ ਹੁੰਦਾ, ਜਦੋਂ ਆਪਾਂ ਕਿਸੇ ਦਾ ਸੰਸਕਾਰ ਕਰਦੇ ਹਾਂ ਅੰਤਮ ਸਮੇਂ ਤਾਂ ਆਪਾਂ ਲੱਕੜਾਂ ਜੋ ਚਿੰਨਦੇ ਆ ਉਸ ਟਾਈਮ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਉਸੇ ਨੂੰ ਇੱਕ ਤਰ੍ਹਾਂ ਦਾ ਅੰਗੀਠਾ ਕਿਹਾ ਜਾਂਦਾ, ਵੀ ਉਹ ਲੱਕੜਾਂ ਚਿੰਨ੍ਹਣ ਵਾਸਤੇ ਉਹਨਾਂ ਨੇ ਕਿਹਾ। ਤਾਂ ਚੰਦਨ ਦੀਆਂ ਜੋ ਅੰਗੀਠਾ ਉਹਨਾਂ ਨੇ ਤਿਆਰ ਕਰਵਾਇਆ ਤਾਂ ਸਤਿਗੁਰ ਜੀ ਦੀ ਹੁਕਮ ਪਾ ਕੇ ਸੰਗਤਾਂ ਨੇ ਜਿਹੜਾ ਸੀ ਚੰਦਨ ਦੀ ਚਿਖਾ ਤਿਆਰ ਕਰਕੇ ਉਹਦੇ ਚੁਫੇਰੇ 4 ਚੁਫੇਰੇ ਕਨਾਤਾਂ ਲਗਾਤੀਆਂ, ਮਤਲਬ ਉੱਚੀਆਂ ਉੱਚੀਆਂ ਕਨਾਤਾਂ ਲਗਾਤੀਆਂ। ਤੇ ਫਿਰ ਗੁਰੂ ਸਾਹਿਬ ਨੇ ਮਤਲਬ ਕਿ ਕਿਹਾ ਵੀ ਇੱਥੇ ਪ੍ਰਦੇਸ਼ ਵਿੱਚ ਜਿਹੜੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਜਿਹੜੇ ਉਸ ਸਮੇਂ ਸਿੱਖ ਸੀ ਗੁਰੂ ਸਾਹਿਬ ਦੇ ਕੋਲ, ਕਿਉਂਕਿ ਜਦੋਂ ਗੁਰੂ ਸਾਹਿਬ ਦੱਖਣ 'ਚ ਗਏ ਆ ਤਾਂ ਜ਼ਿਆਦਾ ਤਾਂ ਪੰਜਾਬ ਦੀ ਸੰਗਤ ਪੰਜਾਬ 'ਚ ਹੀ ਰਹਿ ਗਈ, ਸਿੱਖ ਜਿਹੜੇ ਪੰਜਾਬ 'ਚ ਰਹਿ ਗਏ। ਬਾਕੀ ਕੁਛ ਗੁਰੂ ਸਾਹਿਬ ਪਹਿਲਾਂ 6 ਮਹੀਨੇ ਬਹਿਰਾਮਪੁਰ ਵੀ ਬੈਠੇ ਰਿਹਾ, ਉੱਥੋਂ ਵੀ ਸਿੰਘਾਂ ਨੂੰ ਵਾਪਸ ਭੇਜਤਾ ਸੀ ਪੰਜਾਬ ਦੀ ਸੰਗਤ ਨੂੰ। ਤਾਂ ਉਸ ਟਾਈਮ ਗੁਰੂ ਸਾਹਿਬ ਕੋਲੇ ਬਹੁਤ ਥੋੜੀ ਸੰਗਤ ਸੀ। ਤਾਂ ਜਿਹੜੀ ਉਸ ਟਾਈਮ ਸੰਗਤ ਬੈਠੀ ਸੀ ਤਾਂ ਉਸ ਟਾਈਮ ਸੰਗਤ ਨੇ ਵੀ ਫਿਰ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸੀਗੀ ਵੀ ਇੱਥੇ ਪ੍ਰਦੇਸ਼ ਵਿੱਚ, ਕਿਉਂਕਿ ਉਹ ਪੰਜਾਬ ਤੋਂ ਅਲੱਗ ਇੱਕ ਦੇਸ਼ ਮੰਨਿਆ ਜਾਂਦਾ ਸੀਗਾ, ਦੱਖਣ ਵਾਲਾ ਜਿਹੜਾ ਮਹਾਰਾਸ਼ਟਰ ਦਾ ਏਰੀਆ ਸੀ, ਉੱਥੇ ਮਰਾਠਿਆਂ ਦਾ ਰਾਜ ਸੀ। ਜਾਂ ਉਸ ਟਾਈਮ ਤਾਂ ਸਾਰਾ ਪੂਰੀ ਇੰਡੀਆ ਦੇ ਵਿੱਚ ਔਰੰਗਜ਼ੇਬ ਦਾ ਹੀ ਰਾਜ ਸੀ, ਉਹ ਹੈਦਰਾਬਾਦ ਰਿਆਸਤ 'ਚ ਆਉਂਦਾ ਸੀ, ਇਹ ਪੰਜਾਬ ਰਿਆਸਤ ਅਲੱਗ ਆਉਂਦੀ ਸੀ। ਤਾਂ ਫਿਰ ਉੱਥੇ ਬੇਨਤੀ ਕੀਤੀ ਸਿੱਖ ਜਿਹੜੇ ਬੈਠੇ ਸੀ ਵੀ ਇੱਥੇ ਪ੍ਰਦੇਸ਼ ਵਿੱਚ ਸਾਨੂੰ ਤੁਸੀਂ ਕਿਹਦੇ ਆਸਰੇ ਛੱਡ ਕੇ ਜਾ ਰਹੇ ਹੋ, ਵੀ ਹੁਣ ਅਸੀਂ ਕਿਸ ਦੇ ਦਰਸ਼ਨ ਕਰਕੇ ਕਿਹਦਾ ਮਤਲਬ ਉਪਦੇਸ਼ ਲਵਾਂਗੇ। ਤਾਂ ਫਿਰ ਸਿੰਘਾਂ ਦੀ ਬੇਨਤੀ ਸੁਣ ਕੇ ਫਿਰ ਆਪ ਜੀ ਨੇ ਸਾਰਿਆਂ ਵੱਲ ਦੇਖਿਆ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਹੇ ਪਿਆਰੇ ਸਿੰਘੋ, ਵੀ ਈਸ਼ਵਰ ਦੀ ਮਰਿਆਦਾ ਅਨੁਸਾਰ ਜਿਹੜਾ ਇਹ ਸਰੀਰ ਹੈ ਤਾਂ ਮਿਲਦਾ ਤੇ ਵਿਛੜਦਾ ਹੀ ਰਹਿੰਦਾ ਹੈ, ਇਸ ਸਰੀਰ ਦਾ ਪਿਆਰ ਕਦੀ ਨਹੀਂ ਨਿਭਦਾ, ਵੀ ਇਹ ਤਾਂ ਬੇਨਸਨਹਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡਾ ਹਿਰਦਾ ਹੈ, ਰਾਤ ਦਿਨ ਇਸ ਨਾਲ ਮਿਲ ਕੇ ਹਰੀ ਪ੍ਰਭੂ ਦੇ ਗੁਣਾਂ ਵਿੱਚ ਆਪਣੇ ਆਪ ਨੂੰ ਜੋੜਨਾ, ਇਸ ਨੂੰ ਆਪਣੇ ਹਲਤ ਪਲਤ ਦਾ ਸਹਾਈ ਅਤੇ ਜਮਾਂ ਦਾ ਦੁੱਖ ਨਾਸ ਕਰਨ ਵਾਲਾ ਜਾਣਨਾ, ਜੋ ਮੰਗੋਗੇ ਇਹਨਾਂ ਤੋਂ ਪ੍ਰਾਪਤ ਹੋਵੇਗਾ। ਜੈਸਾ ਕਿ ਵੱਡੇ ਗੁਰੂ ਸਾਹਿਬ ਜੀ ਦਾ ਵਾਕ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਸਤਾਰੇ। ਗੁਰਬਾਣੀ ਦਾ ਪਾਠ ਮਤਲਬ ਤੁਸੀਂ ਕਰਨਾ ਲਗਾਤਾਰ, ਤੇ ਦਸਾਂ ਗੁਰੂ ਸਾਹਿਬਾਂ ਦਾ ਇਤਿਹਾਸ ਸੁਣਨਾ, ਤੇ ਆਪਣੀ ਜਿਹੜੀ ਰਹਿਤਵਾਨ 5 ਰਹਿਤਵਾਨ ਦਿੱਤੇ ਉਹ ਤੁਸੀਂ ਮੇਰਾ ਰੂਪ ਹੀ ਜਾਣਨਾ। ਉਸ ਤੋਂ ਬਾਅਦ ਕੀ ਕਰਦੇ ਆ ਗੁਰੂ ਸਾਹਿਬ ਵੀ ਆਪ ਜੀ ਚੌਂਕੜਾ ਮਾਰ ਕੇ ਜਿਹੜੇ ਉੱਥੇ ਬੈਠੇ ਹੋਏ ਸਿੰਘਾਂ ਨੂੰ ਉਪਦੇਸ਼ ਦੇ ਕੇ ਧੀਰਜ ਦੇ ਰਹੇ ਆ। ਉਸ ਤੋਂ ਬਾਅਦ ਜਦੋਂ ਅੱਧੀ ਰਾਤ ਹੋ ਜਾਂਦੀ ਹੈ
ਜਦ ਅੱਧੀ ਰਾਤ ਬੀਤ ਜਾਂਦੀ ਹੈ ਤਾਂ ਫਿਰ ਆਪ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕੀਤਾ ਉਹਨਾਂ ਨੇ। ਫਿਰ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਇਹ ਆਦਿ 5 ਦੋਹਰੇ ਜਿਹੜੇ ਉਹ ਪੜ੍ਹ ਕੇ ਖੜੇ ਹੋ ਕੇ ਅਰਦਾਸ ਕੀਤੀ ਉਹਨਾਂ ਨੇ। ਫਿਰ ਮਖਮਲ ਦਾ ਇੱਕ ਕਮਰ ਕੱਸਾ ਕਰਕੇ ਉਸ ਨਾਲ ਕਿਰਪਾਨ ਲਈ, ਫਿਰ ਮੋਢੇ ਉੱਤੇ ਉਹਨਾਂ ਨੇ ਧਨੁੱਖ ਰੱਖਿਆ, ਜਿਹੜਾ ਆਪਣਾ ਧਨੁਸ਼ ਕਹਿ ਦਿੰਦੇ ਆਪਾਂ ਜਿਹਦੇ ਚ ਤੀਰ ਹੁੰਦੇ ਆ। ਫਿਰ ਹੱਥ ਵਿੱਚ ਬੰਦੂਕ ਫੜੀ, ਮਤਲਬ ਪੂਰੀ ਤਰ੍ਹਾਂ ਉਹ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੋਇਆ ਇਸ ਤਰ੍ਹਾਂ ਉਹ ਸਜ ਧਜ ਗਏ। और फिर उस तो बाद जब 1.5 पहर रात रह गई तो आप जी ने खालसे नूं वाहिगुरू जी का खालसा ते वाहिगुरू जी की फतेह बुला के घोड़ियां दे सेवादारां नूं आग्या कीती कि जिहड़े तबेले विच सारे घोड़े आ उन्हां दा वधिया जीन पा के तैयार कर दो। फिर आप जी ने संगत नूं दर्शन देण वास्ते कनात तो बाहर आके खड़े हो गए। पर इत्थे लिखदे आ भी सतगुर जी जदों सारिਆਂ ਨੂੰ सरीर करके नजर आ रहे सी, पर आप जी दे चरण जदों कोई छूंदा सी तां उदों शरीर दी कोई चरण छू नहीं सी उस टाइम। मतलब इस तरह सीगा ये भी उस टाइम भी एक तरह नाल गुरु साहब अदृश्य सी पर दर्शन हो रहे सी। तां इस कौतक नूं वेख के भी संगतां हैरान हो गईयां। उस तो बाद की हुंदा है कि गुरु साहब संगत नूं इस तरह दर्शन दे के कनात चों बाहर आए, दर्शन दिते ते फिर चंदन दी चिखा वल तुर पे। चिखा दे चुफेरे कनातां तनियां होईयां सी। आप जी ने सब संगत नूं हुक्म कीता कि जद असीं चिखा उत्ते बैठांगे तुसीं चिखा नूं अग्नि दे के कनातों बाहर चले जाना। ਇਹ बचन करके गुरु जी चिखा पास पुज गए ते अपने शास्त्रां सहित तैयार होके चिखा उत्ते चौंकड़ा मार के बैठ गए। उपरंत ਸਿੰਘਾਂ ਨੂੰ आग्या की कि हुण तुसां सब ने आपो अपने घरां नूं चले जाना, इत्थे केवल जथेदार संतोख सिंह जिहड़ा ਉਹ ਸਾਡੀ ਇੱਥੇ सेवा वास्ते टिक जूगा। उस तो बाद उन्होंने सिख संगतां सी ਜਿਹੜੀਆਂ ਉਹਨਾਂ ਨੂੰ सिख संगतां सी ਜਿਹੜੀਆਂ ਉਹਨਾਂ चिखा ਨੂੰ ही मतलब कि नमस्कारां कीतियां। फिर चिखा ਨੂੰ अग्नि ला के कनात तो बाहर आ गई। कनात दे बाहर चारे पासे ਜਿਹੜੇ बहुत सारे दीवे जग रहे सी, मशालां जग रहीਆਂ सी, बहुत रोशनी सी भी दिन ਦੇ बराबर ही प्रतीत हो रहा सी। ते कनात दे अंदर भी कहंदे भी अलग तरह ਦਾ एक नाद शब्द कहंदे प्रकाश ਦੇ चमत्कार ਜਿਹੜੇ ਸੀ ਉਹ सुनाई दे रहे सी। फिर जदों गुरु साहब इस तरह बैठ जाते हैं ਉਹ ਵਾਹਿਗੁਰੂ जी का खालसा ते वाहिगुरू जी की फतेह की जिहड़ी हैगी लगातार उस कनात दे विचों आवाज़ भी आ रही सीगी। ਤਾਂ ਫਿਰ ਇਹ ਕਿਹਾ ਜਾਂਦਾ ਕਿ ਉਸ ਟਾਈਮ ਆ ਜਿਹੜੇ ਉਹ ਗੁਰੂ ਸਾਹਿਬ ਹੈ ਆਪਣੇ ਜੋਗ ਬਲ ਦੀ ਅਗਨੀ ਨੂੰ ਪ੍ਰਚੰਡ ਕਰਕੇ ਵੀ ਜਿਹੜੇ ਹੈਗੇ ਆ ਉਹ ਆਕਾਸ਼ ਮੰਡਲ ਦੇ ਵਿੱਚ ਚਲੇ ਗਏ। ਪਰ ਬਾਅਦ ਦੇ ਵਿੱਚ ਜਿਹੜੀਆਂ ਸੰਗਤਾਂ ਬੈਠੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਉਹਨਾਂ ਦੀ ਹਾਲਤ ਸੀ ਜਿਹੜੀ ਉਹ ਖਰਾਬ ਹੋ ਗਈ। ਜਦੋਂ ਸਤਿਗੁਰ ਜੀ मतलब ਕਿ ਸੱਚਖੰਡ ਉਹਨਾਂ ਨੂੰ ਲੱਗੇ ਵੀ ਸਾਡਾ ਗੁਰੂ ਤਾਂ ਸੱਚਖੰਡ ਚਲਾ ਗਿਆ ਤੇ ਜਿਹੜੀਆਂ ਸਿੱਖ ਸੰਗਤਾਂ ਕਨਾਤ ਤੋਂ ਬਾਹਰ ਬੈਠੀਆਂ ਉਹ मतलब ਕਿ ਆਪ ਨੂੰ ਗੁਰੂ ਸਾਹਿਬ ਨੂੰ ਯਾਦ ਕਰਕੇ ਰੋ ਰਹੀਆਂ ਸੀ ਤੇ ਉਹਨਾਂ ਦਾ ਸਰੂਪ ਦਾ ਧਿਆਨ ਧਰ ਕੇ ਆਪਣੇ ਮਨ ਨੂੰ ਧੀਰਜ ਵੀ ਦੇ ਰਹੀਆਂ ਸੀ। ਸੰਗਤਾਂ ਦੇ ਮਨ ਇੰਨੇ ਦੁੱਖ ਨਾਲ ਭਰੇ ਹੋਏ ਸੀ ਕਿ ਉਹ ਨਾ ਤਾਂ ਕੋਈ ਇੱਕ ਦੂਜੇ ਨਾਲ ਕੋਈ ਬੋਲਦਾ ਸੀ ਉੱਥੇ ਤੇ ਨਾ ਹੀ ਇੱਕ ਦੂਜੇ ਵੱਲ ਕੋਈ ਗੱਲ ਕਰਦਾ ਸੀ ਵੀ ਨਾ ਕੋਈ ਦੇਖਦਾ ਸੀ। ਉਹ ਚੁੱਪਚਾਪ ਆਪਣੀ ਜਗ੍ਹਾ ਤੇ ਸ਼ਾਂਤ ਬੈਠੀ ਸੀ ਸਾਰੀ ਸੰਗਤ। ਜਦੋਂ ਇਸ ਤਰ੍ਹਾਂ ਸਾਰੀ ਸੰਗਤ ਦੁੱਖ ਦੇ ਵਿੱਚ ਬੈਠੀ ਰਹੀ ਤੇ ਸੁਬਾਹ ਦਿਨ ਚੜ ਗਿਆ ਤਾਂ ਕੀ ਹੁੰਦਾ ਇੱਕ ਸੇਵਾਦਾਰ ਨੇ ਆਣ ਕੇ ਫਿਰ ਉੱਥੇ ਦੱਸਿਆ ਵੀ ਸਤਿਗੁਰ ਜੀ ਦਾ ਨਾ ਇੱਕ ਕਮੈਤ ਘੋੜਾ ਸੀ, ਘੋੜੇ ਦਾ ਨਾਂ ਸੀ ਕਮੈਤ, ਇੱਕ ਘੋੜਾ ਸੀ। ਤਾਂ ਉਹ ਕਹਿੰਦਾ ਵੀ ਤਬੇਲੇ ਦੇ ਵਿੱਚ ਗੁਰੂ ਸਾਹਿਬ ਦਾ ਘੋੜਾ ਵੀ ਹੈ ਨਹੀਂ, ਵੀ ਜਿਹੜਾ ਉਹਦਾ ਅਗਾੜੀ ਤੇ ਪਛਾੜੀ ਦਾ ਰੱਸਾ ਉਹ ਤਾਂ ਉੱਥੇ ਕਿੱਲਿਆਂ ਨਾਲ ਬੱਧਾ ਹੋਇਆ ਪਰ ਘੋੜਾ ਨਹੀਂ ਹੈ। ਤਬੇਲੇ ਦੇ ਦਰਵਾਜ਼ੇ ਵੀ ਬੰਦ ਹਨ ਪਰ ਪਤਾ ਨਹੀਂ ਕਮੈਤ ਘੋੜਾ ਵੀ ਕਿਸ ਰਸਤੇ ਬਾਹਰ ਚਲਾ ਗਿਆ। ਇਸ ਤਰ੍ਹਾਂ ਵਿਚਾਰਾਂ ਕਰ ਰਹੇ ਸਿੰਘ ਜਿਹੜੇ ਸੀ ਗੁਰੂ ਦੇ ਲੰਗਰ ਵਾਸਤੇ ਲੱਕੜਾਂ ਲਿਆਉਣ ਵਾਸਤੇ ਇੱਕ ਸੇਵਾਦਾਰ ਨੇ ਸਿੰਘਾਂ ਨੂੰ ਦੱਸਿਆ ਵੀ ਜਿਹੜੀ ਉੱਥੇ ਸੰਗਤ ਬੈਠੀ ਸੀ। ਫਿਰ ਉਸ ਤੋਂ ਬਾਅਦ ਇੱਕ ਸਿੰਘ ਹੋਰ ਆਉਂਦਾ ਜਿਹੜਾ ਜੰਗਲ ਦੇ ਵਿੱਚ ਲੱਕੜਾਂ ਲੈਣ ਜਾਂਦਾ ਹੁੰਦਾ ਸੀ ਲੰਗਰ ਵਾਸਤੇ। ਫਿਰ ਉਹਨੇ ਆ ਕੇ ਦੱਸਿਆ ਸਾਰੀ ਸੰਗਤ ਨੂੰ ਜਿਹੜੀ ਬੈਠੀ ਹੋਈ ਸੀ ਉੱਥੇ, ਕਹਿੰਦੇ ਵੀ ਗੁਰੂ ਜੀ ਤਾਂ ਮੈਨੂੰ ਕਮੈਤ ਘੋੜੇ ਦੇ ਉੱਤੇ ਚੜੇ ਜਾਂਦੇ ਜੰਗਲ 'ਚ ਮਿਲੇ ਆ। ਉਹਨਾਂ ਨੇ मतलब ਤੁਹਾਨੂੰ ਦੱਸਣ ਵਾਸਤੇ ਮੈਨੂੰ ਹੁਕਮ ਕੀਤਾ ਕਿ ਕਮੈਤ ਘੋੜਾ ਅਸੀਂ ਲੈ ਕੇ ਗਏ ਆ ਤੇ ਤੁਸੀਂ ਜਿਹੜਾ ਇਹਨਾਂ ਦੁੱਖ ਤੇ ਸ਼ੋਕ ਕਰ ਰਹੇ ਹੋ ਚਿੰਤਾ ਇਹਨੂੰ ਛੱਡੋ ਤੇ ਸਤਨਾਮ ਦਾ ਸਿਮਰਨ ਕਰੋ। ਇਹ ਗੱਲ ਸੁਣ ਕੇ ਸਾਰੇ ਜਿਹੜੇ ਸਿੱਖ ਸੀ ਉਹ ਹੈਰਾਨ ਰਹਿ ਗਏ ਤੇ ਸਤਨਾਮ ਦਾ ਜਾਪ ਕਰਨ ਲੱਗੇ। ਫਿਰ ਇਸ ਤੋਂ ਬਾਅਦ मतलब ਪਹਿਲਾਂ ਉਹ ਫਿਰ ਜੰਗਲ ਦੇ ਵਿੱਚ ਚਲੇ ਜਾਂਦੇ, ਜੰਗਲ ਦੇ ਵਿੱਚ ਇੱਕ ਸੇਵਾਦਾਰ ਨੂੰ ਦਰਸ਼ਨ ਦਿੰਦੇ। ਉਹ ਖੁਦ ਕਹਿੰਦੇ ਵੀ ਮੈਂ ਘੋੜੇ ਦੇ ਉੱਤੇ ਗੁਰੂ ਸਾਹਿਬ ਨੂੰ ਦੇਖਿਆ ਜਾਂਦੇ ਹੋਏ ਤੇ ਗੁਰੂ ਸਾਹਿਬ ਨੇ ਮੈਨੂੰ ਕਿਹਾ ਹੈ ਵੀ ਤੁਸੀਂ ਸੰਗਤਾਂ ਨੂੰ ਦੱਸ ਦਿਓ ਵੀ ਅਸੀਂ ਘੋੜਾ ਲੈ ਕੇ ਚੱਲੇ ਆ, ਉਹ ਫਿਕਰ ਨਾ ਕਰਨ। ਉਸ ਤੋਂ ਬਾਅਦ ਫਿਰ ਇੱਕ ਦੂਰ ਜਾ ਕੇ ਇੱਕ ਸੰਤ ਦੀ ਕੁਟੀਆ ਆਉਂਦੀ ਸੀ।
ਤਾਂ ਉੱਥੇ ਵੀ ਗੁਰੂ ਸਾਹਿਬ ਨੇ ਫਿਰ ਉਸ ਸੰਤ ਨੂੰ ਵੀ ਦਰਸ਼ਨ ਦਿੱਤੇ। ਤੇ ਸਿੱਖ ਸੰਗਤਾਂ ਜਦੋਂ ਇਸ ਤਰ੍ਹਾਂ ਬੈਠੀਆਂ ਸੀ ਤਾਂ ਇੱਕ ਪਹਿਰ ਦਾ ਜਦੋਂ ਦਿਨ ਚੜਿਆ ਤਾਂ ਇੱਕ ਫਿਰ ਸੰਤ, ਉਹੀ ਸੰਤ ਜਿਹਨੂੰ ਗੁਰੂ ਸਾਹਿਬ ਮਿਲੇ ਅੱਗੇ ਜਾ ਕੇ, ਜਿਹਦੀ ਕੁਟੀਆ ਦੇ ਵਿੱਚ ਗਏ ਉਹ, ਤਾਂ ਉਹ ਫਿਰ ਸੰਤ ਆ ਕੇ ਮਤਲਬ ਕਿ ਸੰਤ ਨੇ ਆ ਕੇ ਜਿਹੜੇ ਸਿੱਖ ਬੈਠੇ ਸੀ ਉਹਨਾਂ ਨੂੰ ਪੁੱਛਿਆ, ਸੰਗਤਾਂ ਨੂੰ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ। ਤਾਂ ਜਦ ਸਿੰਘਾਂ ਨੇ ਗੁਰੂ ਜੀ ਦੇ ਮਤਲਬ ਕਿ ਪਰਲੋਕ ਗਮਨ ਦੀ ਗੱਲ ਦੱਸੀ ਵੀ ਉਹ ਸਾਡੇ ਗੁਰੂ ਜੀ ਇਸ ਤਰ੍ਹਾਂ ਸੱਚਖੰਡ ਚਲੇ ਗਏ, ਤਾਂ ਫਿਰ ਉਸ ਸੰਤ ਨੇ ਕਿਹਾ, ਕਹਿੰਦੇ ਸਤਿਗੁਰ ਜੀ ਤਾਂ ਮੈਨੂੰ ਰਸਤੇ ਵਿੱਚ ਜਾਂਦੇ ਮਿਲੇ ਆ। ਜਦ ਮੈਂ ਉਹਨਾਂ ਨੂੰ ਨਮਸਕਾਰ ਕੀਤੀ ਤਾਂ ਆਪ ਜੀ ਨੇ ਮੁਸਕਰਾ ਕੇ ਮੈਨੂੰ ਆਖਿਆ ਕਿ ਸੰਤ ਜੀ ਇਹ ਤੁਹਾਡਾ ਸਾਡਾ ਅੰਤ ਸਮੇਂ ਦਾ ਮੇਲ ਹੈ, ਕਿਉਂਕਿ ਜਿੱਥੇ ਸੰਜੋਗ ਹੁੰਦਾ ਉਸ ਨਾਲ ਵਿਜੋਗ ਵੀ ਜ਼ਰੂਰ ਹੁੰਦਾ ਹੈ। ਗੁਰੂ ਜੀ ਦਾ ਇਹ ਵਚਨ ਸੁਣ ਕੇ ਜਦ ਮੈਂ ਪੁੱਛਿਆ ਕਿ ਤੁਸੀਂ ਜਾ ਕਿੱਧਰ ਰਹੇ ਹੋ, ਤਾਂ ਕਹਿੰਦੇ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਅਸੀਂ ਸ਼ਿਕਾਰ ਖੇਡਣ ਵਾਸਤੇ ਜਿੱਧਰ ਕਿੱਧਰ ਜਾ ਰਹੇ ਹਾਂ। ਮਤਲਬ ਉਸ ਸੰਤ ਨੂੰ ਚਿਖਾ ਤੋਂ ਬਾਅਦ ਗੁਰੂ ਜੀ ਇੱਕ ਪਹਿਲਾਂ ਆਪਣੇ ਸੇਵਾਦਾਰ ਨੂੰ ਜੰਗਲ 'ਚ ਮਿਲਦੇ ਆ, ਉਸ ਤੋਂ ਬਾਅਦ ਅੱਗੇ ਇੱਕ ਸੰਤ ਦੀ ਕੁਟੀਆ ਵਿੱਚ ਸੰਤ ਨੂੰ ਮਿਲਦੇ ਆ। ਤਾਂ ਉਹਨੂੰ ਕੀ ਕਹਿੰਦੇ, ਜਦੋਂ ਸੰਤ ਨੇ ਪੁੱਛਿਆ ਵੀ ਤੁਸੀਂ ਕਿੱਧਰ ਜਾ ਰਹੇ ਆ, ਤਾਂ ਗੁਰੂ ਸਾਹਿਬ ਕਹਿੰਦੇ ਅਸੀਂ ਸ਼ਿਕਾਰ ਖੇਡਣ ਵਾਸਤੇ ਜਿੱਧਰ ਕਿੱਧਰ ਜਾ ਰਹੇ ਆ। ਇਹ ਬਚਨ ਕਰਕੇ ਆਪ ਜੀ ਕਮੈਤੀ ਨੂੰ ਮਤਲਬ ਅੱਡੀ ਲਾ ਕੇ ਆਪਣੇ ਘੋੜੇ ਨੂੰ ਜਿਹੜੀ ਸੀ ਅੱਡੀ ਲਾ ਕੇ ਚਲੇ ਗਏ। ਸੰਤ ਪਾਸੋਂ ਇਹ ਪ੍ਰਸੰਗ ਸੁਣ ਕੇ ਜਿਹੜੇ ਸਿੱਖ ਸੀ ਉਸ ਟਾਈਮ ਬੈਠਿਆ ਸਿੱਖ ਸੰਗਤਾਂ ਹੋਰ ਵੀ ਪਰੇਸ਼ਾਨ ਹੋ ਕੇ ਕਹਿਣ ਲੱਗੀਆਂ ਕਿ ਗੁਰੂ ਜੀ ਦੇ ਤਾਂ ਅਦਭੁਤ ਜਿਹੜੇ ਕੌਤਕ ਹੈ ਸਾਡੇ ਪਾਸੋਂ ਜਾਣੇ ਨਹੀਂ ਜਾਂਦੇ, ਸਾਡੀ ਇਹ ਸਮਝ 'ਚ ਨਹੀਂ ਆਉਂਦੇ। ਉਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੇ ਇਹ ਨਿਸ਼ਚਾ ਕਰ ਲਿਆ ਵੀ ਗੁਰੂ ਜੀ ਨੂੰ ਜਿੱਥੇ ਕੋਈ ਸ਼ਰਧਾ ਪ੍ਰੇਮ ਨਾਲ ਯਾਦ ਕਰਦਾ ਹੈ ਉੱਥੇ ਹੀ ਆਪ ਜੀ ਹਾਜ਼ਰ ਹੁੰਦੇ ਹਨ। ਜਨਮ ਮਰਨ ਤੋਂ ਰਹਿਤ ਹੈ, ਆਪਣੇ ਇੱਛਾ ਨਾਲ ਉਹ ਆਉਂਦੇ ਆ ਤੇ ਇੱਛਾ ਨਾਲ ਹੀ ਚਲੇ ਜਾਂਦੇ ਆ। ਇਸ ਤਰ੍ਹਾਂ ਸੋਚਾਂ ਤੇ ਵਿਚਾਰਾਂ ਵਿੱਚ ਸਿੰਘਾਂ ਨੇ ਉਹ ਦਿਨ ਤੇ ਰਾਤ ਜਿਹੜਾ ਸੀਗਾ ਉਹ ਬੀਤ ਕਰ ਲਿਆ। ਦੂਜੇ ਦਿਨ ਜਦੋਂ ਕਨਾਤਾਂ ਖੋਲੀਆਂ ਉਹਨਾਂ ਨੇ, ਜਿੱਥੇ ਅੰਗੀਠਾ ਲੱਗਿਆ ਹੋਇਆ ਸੀ ਚੰਦਨ ਦੀ ਚਿਖਾ ਵਾਲਾ, ਫਿਰ ਉਹਨਾਂ ਨੇ ਅੰਗੀਠਾ ਮਤਲਬ ਕਨਾਤਾਂ ਖੋਲ ਕੇ ਜਦੋਂ ਉਹ ਜਿਹੜੀ ਅੰਗੀਠੇ ਦੀ ਸੋਹਾ ਸੀ, ਕਿਉਂਕਿ ਸਾਰੀਆਂ ਲੱਕੜਾਂ ਮੱਚ ਚੁੱਕੀਆਂ ਸੀ, ਤਾਂ ਜਿਹੜੀ ਉਹ ਚਿਖਾ ਦੀ ਜਿਹੜੀ ਭਸਮ ਸੀਗੀ, ਸੋਹਾ ਸੀ, ਉਹ ਇਕੱਠੀ ਕਰਕੇ ਜਦੋਂ ਉਹਨਾਂ ਨੇ ਦੇਖੀ ਤਾਂ ਨਾ ਤਾਂ ਉੱਥੇ ਕੋਈ ਵੀ ਮਤਲਬ ਕਿ ਗੁਰੂ ਸਾਹਿਬ ਦਾ ਸ਼ਸਤਰ ਨਿਕਲਿਆ ਉਹਦੇ ਚੋਂ, ਤੇ ਜਿਹੜਾ ਉਹ ਪਹਿਨ ਕੇ ਗਏ ਸੀ ਚਿਖਾ ਤੇ ਬੈਠੇ ਸੀ, ਮਤਲਬ ਉਹਨਾਂ ਕੋਲੇ ਬੰਦੂਕ ਵੀ ਉਹਨਾਂ ਨੇ ਪਹਿਨੀ ਸੀ, ਉਹਨਾਂ ਨੇ ਧਨੁਸ਼ ਤਰਕ ਸਾਰਾ ਕੁਝ ਪਹਿਨਿਆ ਸੀ, ਤਾਂ ਉਹ ਤਲਵਾਰ ਵੀ ਉਹਨਾਂ ਦੇ ਹੱਥ 'ਚ ਸੀ, ਉਹਨਾਂ ਨੇ ਤਲਵਾਰਾਂ ਜਿਹੜੀਆਂ ਕਮਰ ਕੱਸੇ ਦੇ ਵਿੱਚ ਲਈਆਂ ਹੋਈਆਂ ਸੀ। ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਨਹੀਂ ਨਿਕਲੀ। ਪਹਿਲੇ ਇੱਕ ਸੇਵਾਦਾਰ ਤੇ ਦੂਜੇ ਸੰਤ ਦੀਆਂ ਗੱਲਾਂ ਸੁਣ ਕੇ ਇਸ ਗੱਲ ਤੋਂ ਸਿੰਘਾਂ ਨੂੰ ਹੋਰ ਵੀ ਜਿਹੜਾ ਪੱਕਾ ਨਿਸ਼ਚਾ ਹੋ ਗਿਆ ਕਿ ਜਿਹੜਾ ਆਪ ਜੀ ਆ ਉਹ ਸਮੇਤ ਦੇ ਹੀ ਜਾਂ ਤਾਂ ਸੱਚਖੰਡ 'ਚ ਗਏ ਤੇ ਜਾਂ ਫਿਰ ਸਮੇਤ ਦੇ ਹੀ ਮਤਲਬ ਕਿ ਕਿਤੇ ਉਹ ਅਲੋਪ ਹੋ ਗਿਆ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਇਹ ਕਹਾਣੀ ਖਤਮ ਨਹੀਂ ਹੁੰਦੀ ਵੀ ਇੱਥੇ ਹੀ ਖਤਮ ਹੋਗੀ। ਉਸ ਤੋਂ ਬਾਅਦ ਕੁਛ ਸਮਾਂ ਹੋਰ ਪਾ ਕੇ ਇੱਕ ਨਿਜ਼ਾਮ ਉਸ ਟਾਈਮ ਹੈਦਰਾਬਾਦ ਦੇ ਰਾਜ ਦੇ ਵਿੱਚ, ਕਿਉਂਕਿ ਹੈਦਰਾਬਾਦ ਰਾਜ ਦੇ ਵਿੱਚ ਉਹ ਦੱਖਣ ਦੀ ਉਹ ਜਗ੍ਹਾ ਮਹਾਰਾਸ਼ਟਰ ਦੀ ਆਉਂਦੀ ਹੈ, ਉਹਦੇ ਵਿੱਚ ਇੱਕ ਉਸ ਰਾਜ ਦੇ ਵਿੱਚ ਇੱਕ ਵੰਜਾਰਾ ਨਾਮ ਦਾ ਪਿੰਡ ਸੀ। ਇੱਥੋਂ ਦੇ ਦੋ ਰਾਜਪੂਤ ਭਾਈ ਸੀ, ਬਾਲਾ ਰਾਏ ਤੇ ਰੁਸਤਮ ਰਾਏ, ਉਹ ਉਸ ਟਾਈਮ ਉਸਦੇ ਹਾਕਮ ਸੀ। ਸਾਰੇ ਇਲਾਕੇ ਵਿੱਚ ਇਹਨਾਂ ਦੋਹਾਂ ਭਰਾਵਾਂ ਦੀ ਬਹੁਤ ਧਾਕ ਜੰਮੀ ਹੋਈ ਸੀ। ਇਹ ਬੜੇ ਬਲੀ ਸੀ, ਬਹਾਦਰ ਸੀ, ਲੜਾਕੇ ਸੀ। ਜਿਹੜੇ ਮਰਾਠਿਆਂ ਦਾ ਇਲਾਕਾ ਹੋਣ ਕਰਕੇ ਮਰਾਠਿਆਂ ਦਾ ਇਲਾਕਾ ਇਹਨਾਂ ਦੇ ਨਾਲ ਹੀ ਲੱਗਦਾ ਸੀ ਤੇ ਜਿਹਨੂੰ ਇਹ ਸਦਾ ਹੀ ਲੁੱਟਦੇ ਕੁੱਟਦੇ ਰਹਿੰਦੇ ਸੀ। ਤੇ ਇਹਨਾਂ ਤੋਂ ਜਦੋਂ ਤੰਗ ਆ ਕੇ ਦੋਨਾਂ ਭਰਾਵਾਂ ਤੋਂ ਜਿਹੜਾ ਮਰਹੱਟਾ ਰਾਏ ਨੇ ਇਹਨਾਂ ਉੱਤੇ ਚੜ੍ਹਾਈ ਕਰਤੀ, ਦੋਵਾਂ ਭਰਾਵਾਂ ਨੂੰ ਫੜ ਕੇ ਪੂਨੇ ਸਤਾਰੇ ਦਾ ਕਿਲਾ ਹੈ ਤਾਂ ਉਹਨਾਂ ਨੂੰ ਕੈਦ ਕਰਤਾ, ਪੂਨੇ ਸਤਾਰੇ ਦੇ ਕਿਲੇ ਵਿੱਚ ਕੈਦ ਕਰਤਾ। ਇਸ ਕਿਲੇ ਦਾ ਜਿਹੜਾ ਪਹਿਰੇਦਾਰ ਸੀ, ਇਹ ਕਹਾਣੀ ਹੈ ਵੀ ਦੱਸੀ ਜਾ ਰਹੀ, ਕਹਿੰਦੇ ਉਹ ਸਿੱਖ ਸੀ ਇੱਕ, ਤੇ ਉਹ ਗੁਰਬਾਣੀ ਦਾ ਪਾਠ ਪੜ੍ਹਦਾ ਸੀ। ਇੱਕ ਦਿਨ ਇਹਨਾਂ ਦੋਨਾਂ ਭਰਾਵਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਸ ਦਾ ਪਾਠ ਕਰਦੇ ਹੋ, ਤਾਂ ਉਹ ਸਿੱਖ ਨੇ ਉਹਨਾਂ ਦੋਨਾਂ ਭਰਾਵਾਂ ਨੂੰ ਦੱਸਿਆ ਜਿਹੜੇ ਕੈਦ 'ਚ ਬੰਦ ਸੀ ਵੀ ਐਂ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਜਿਹੜੇ ਬਾਣੀ ਦਾ ਉਹ ਪਾਠ ਕਰਦੇ ਹਾਂ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਹੈ ਬਾਣੀ। ਤੇ ਉਹ ਕਹਿੰਦੇ ਵੀ ਇਹਨਾਂ ਦੇ ਜਿਹੜਾ ਦਾਦਾ ਜੀ ਸੀ ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਕੈਦ ਦੇ ਵਿੱਚੋਂ। ਤਾਂ ਵੀ ਇਹਨਾਂ ਨੂੰ ਅਗਰ ਆਪਾਂ ਜੇ ਯਾਦ ਕਰਦੇ ਹਾਂ ਵੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹ ਕਹਿੰਦੇ ਵੀ ਜੇ ਆਪਾਂ ਯਾਦ ਕਰਦੇ ਹਾਂ ਤਾਂ ਇਹ ਜਿਹੜੇ ਆਪਣੇ ਸੇਵਕਾਂ ਦੇ ਸਹਾਈ ਹੁੰਦੇ ਆ। ਮਨੁੱਖ ਨੂੰ ਕਹਿੰਦੇ ਕੈਦ ਵਿੱਚੋਂ ਛੁਡਾਉਣਾ ਤਾਂ ਕਿਹੜੀ ਗੱਲ ਹੈ, ਤਾਂ ਜਮਾਂ ਦੀ ਕੈਦ ਵਿੱਚੋਂ ਵੀ ਛੁਡਾ ਦਿੰਦੇ ਆ। ਜਦੋਂ ਇਹ ਕਹਾਣੀ ਇੱਕ ਸਿੱਖ ਤੋਂ ਬਾਲਾ ਰਾਏ ਨੇ ਸੁਣੀ ਤਾਂ ਉਹਨੂੰ ਵੀ ਬੜਾ ਸ਼ਰਧਾ ਹੋ ਗਈ ਗੁਰੂ ਮਤਲਬ ਕਿ ਸਾਹਿਬ ਦੇ ਪ੍ਰਤੀ। ਤਾਂ ਉਹਨੇ ਫਿਰ ਕਿਹਾ ਉਸ ਸਿੱਖ ਨੂੰ ਵੀ ਤੁਸੀਂ ਵੀ ਸਾਡੇ ਲਈ ਸ਼ਰਧਾ ਨਾਲ ਉਸ ਗੁਰੂ ਜੀ ਅੱਗੇ ਅਰਦਾਸ ਕਰੋ ਵੀ ਉਹ ਸਾਡੀ ਵੀ ਜਿਹੜੀ ਹੈ ਮਤਲਬ ਕਿ ਬੰਦ ਖਲਾਸੀ ਕਰ ਦੇਣ, ਵੀ ਸਾਨੂੰ ਵੀ ਇਸ ਜੇਲ੍ਹ ਚੋਂ ਛੁਡਵਾ ਦੇਣ। ਤਾਂ ਜੇ ਉਹ ਸਾਨੂੰ ਇਸ ਜੇਲ੍ਹ ਚੋਂ ਛੁਡਵਾ ਦੇਣਗੇ ਤਾਂ ਅਸੀਂ ਜਿਹੜੇ ਉਹਨਾਂ ਦੇ ਸੇਵਕ ਬਣ ਜਾਵਾਂਗੇ। ਵੀ ਉਹ ਦੋਨੇ ਭਰਾ ਕਹਿੰਦੇ ਵੀ ਅਸੀਂ ਗੁਰੂ ਸਾਹਿਬ ਦੇ ਹੀ
ਜਿਹੜੇ ਹੈਗੇ ਆ ਸੇਵਕ ਬਣ ਜਾਾਂਗੇ। ਤੇ ਉਹਨਾਂ ਦੀ ਬੇਨਤੀ ਸੁਣ ਕੇ ਜਿਹੜਾ ਉੱਥੇ ਸਿੰਘ ਹੁੰਦਾ ਹੈ, ਵੀ ਸਿੱਖ ਹੁੰਦਾ ਹੈ, ਉਹ ਪਹਿਰੇ ਤੇ ਹੁੰਦਾ, ਉਹ ਅਰਦਾਸ ਕਰਦਾ। ਜਦੋਂ ਮਤਲਬ ਕਿ ਉਹ ਅਰਦਾਸ ਕਰਦੇ ਆ ਤੇ ਉਹ ਜਿਹੜਾ ਬਾਲਾ ਰਾਏ ਹੁੰਦਾ ਉਹ ਵੀ ਮਤਲਬ ਕਿ ਨਾਮ ਸਿਮਰਨ ਦੇ ਵਿੱਚ ਸਤਨਾਮ ਦਾ ਸਿਮਰਨ ਕਰਦਾ। ਉਹ ਵੀ ਮਤਲਬ ਕਿ ਬੈਠ ਕੇ ਜਦੋਂ ਸਿਮਰਨ ਕਰਦਾ ਤੇ ਉਹਦੀ ਵੀ ਵਰਤੀ ਜੁੜ ਜਾਂਦੀ ਹੈ। ਫਿਰ ਅਗਲੇ ਦਿਨ ਕੀ ਹੁੰਦਾ, ਅਗਲੀ ਰਾਤ ਕੀ ਹੁੰਦਾ, ਅੱਧੀ ਰਾਤ ਨੂੰ ਜਦੋਂ ਬਾਲਾ ਜੀ ਮਤਲਬ ਕਿ ਰੁਸਤਮ ਰਾਏ ਦੋਨੇ ਭਰਾ ਉਹ ਬਾਲਾ ਜੀ ਬੈਠ ਕੇ ਸਤਨਾਮ ਦਾ ਸਿਮਰਨ ਕਰ ਰਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਘੋੜੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਅੱਖਾਂ ਖੋਲ ਕੇ ਵੇਖਦਾ ਤਾਂ ਉਹਨਾਂ ਦੇ ਅੱਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੜੇ ਹੁੰਦੇ ਆ। ਤਾਂ ਫਿਰ ਬਾਲਾ ਰਾਏ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕੌਣ ਆ? ਤਾਂ ਉਹ ਕਹਿੰਦੇ ਵੀ ਜਿਹਨੂੰ ਤੂੰ ਯਾਦ ਕਰ ਰਹੇ ਉਹੀ ਤਾਂ ਅਸੀਂ ਹੈਗੇ ਆ, ਵੈਸੇ ਤੇਰੀ ਸਹਾਇਤਾ ਵਾਸਤੇ ਪਹੁੰਚੇ ਆ। ਤਾਂ ਫਿਰ ਉਹ ਉੱਠ ਕੇ ਖੜਾ ਹੋ ਜਾਂਦਾ। ਫਿਰ ਬਾਲਾ ਰਾਏ ਕਹਿੰਦਾ ਵੀ ਗੁਰੂ ਜੀ ਸਾਡੇ ਤਾਂ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਤੇ ਮੇਰਾ ਛੋਟਾ ਭਰਾ ਉਹਦੇ ਵੀ ਇਹੀ ਹਾਲਤ ਹੈ ਵੀ ਸਾਡੇ ਦੋਨਾਂ ਮਤਲਬ ਕਿ ਭਰਾਵਾਂ ਦੇ ਜਿਹੜੇ ਹੈਗੇ ਬੇੜੀਆਂ ਪਾਈਆਂ ਹੁੰਦੀਆਂ। ਤਾਂ ਫਿਰ ਜਿਹੜੇ ਬਾਲਾ ਰਾਏ ਹੁੰਦੇ ਆ ਉਹਨੂੰ ਫਿਰ ਗੁਰੂ ਸਾਹਿਬ ਹੁਕਮ ਦਿੰਦੇ ਵੀ ਤੂੰ ਆਪਦੇ ਭਰਾ ਨੂੰ ਵੀ ਜਗਾ ਲਾ, ਉਹਨੂੰ ਵੀ ਕਹਿ ਵੀ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰੂਗਾ, ਸਿਮਰਨ ਕਰੂਗਾ। ਜਦੋਂ ਸਿਮਰਨ ਕਰਦੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਉਹਨਾਂ ਦੀਆਂ ਜਿਹੜੀਆਂ ਬੇੜੀਆਂ ਹੁੰਦੀਆਂ ਉਹ ਤੋੜ ਦਿੰਦੇ ਆ। ਤਾਂ ਉਹਨਾਂ ਜਦੋਂ ਮੱਥਾ ਟੇਕਦੇ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਉਹਨਾਂ ਦੀਆਂ ਬੇੜੀਆਂ ਜਿਹੜੀਆਂ ਪੈਰਾਂ ਦੇ ਵਿੱਚ ਪਈਆਂ ਹੁੰਦੀਆਂ ਉਹਨਾਂ ਨੂੰ ਤੋੜ ਦਿੰਦੇ ਤੇ ਆਪਦੇ ਘੋੜੇ ਤੇ ਬਿਠਾ ਕੇ ਉਹਨਾਂ ਨੂੰ ਜਿਹੜਾ ਹੈਗਾ ਵੀ ਉਹ ਬਾਹਰ ਕੱਢ ਕੇ ਲੈ ਜਾਂਦੇ ਜੇਲ੍ਹ ਚੋਂ। ਤੇ ਉਹ ਜਾਂਦੇ ਹੋਏ ਇਹ ਕਹਿ ਦਿੰਦੇ ਚੌਕੀਦਾਰ ਨੂੰ ਵੀ ਜਿਹੜੇ ਹੈਗੇ ਆ ਵੀ ਤੁਸੀਂ ਬਾਲਾ ਜੀ ਨੂੰ ਕਹਿੰਦੇ ਤੁਸੀਂ ਚੌਕੀਦਾਰ ਨੂੰ ਕਹਿ ਦਿਓ ਅਸੀਂ ਚੱਲੇ ਆ। ਤਾਂ ਜਦੋਂ ਦੋਵਾਂ ਭਰਾਵਾਂ ਨੇ ਚੌਕੀਦਾਰ ਨੂੰ ਜਗਾ ਕੇ ਵੀ ਮਤਲਬ ਕਿ ਕਹਿਤਾ ਵੀ ਅਸੀਂ ਚੱਲੇ ਆ ਤੇ ਉਹ ਗੁਰੂ ਸਾਹਿਬ ਦੇ ਜਿਹੜੇ ਘੋੜੇ ਦੀਆਂ ਰਕਾਬਾਂ ਹੁੰਦੀਆਂ ਉਹਨਾਂ ਦੇ ਚਮੜੇ ਦੇ ਜਿਹੜੇ ਤਸਮੇ ਉਹਨਾਂ ਨੂੰ ਫੜ ਲੈਂਦੇ ਆ ਤੇ ਫਿਰ ਗੁਰੂ ਸਾਹਿਬ ਆ ਜਿਹੜਾ ਉਹਨਾਂ ਨੂੰ ਵਿੰਧਿਆਚਲ ਪਹਾੜ ਵੱਲ ਕਹਿੰਦੇ ਲੈ ਜਾਂਦੇ ਆ ਤੇ ਉੱਥੇ ਲਿਜਾ ਕੇ ਉਹਨਾਂ ਨੂੰ ਛੱਡ ਦਿੰਦੇ ਆ। ਤੇ ਫਿਰ ਉਹਨਾਂ ਨੂੰ ਇਹ ਬਚਨ ਕਰਦੇ ਆ ਵੀ ਭਾਈ ਵੀ ਮਤਲਬ ਕਿ ਤੁਸੀਂ ਵੀ ਹੁਣ ਆਪਣੇ ਆਪਣੇ ਘਰੇ ਚਲੇ ਜਾਓ ਤੇ ਆਪ ਗੁਰੂ ਜੀ ਕਹਿੰਦੇ ਅੰਤਰ ਧਿਆਨ ਹੋ ਜਾਂਦੇ ਆ। ਇਸ ਵਾਰਤਾ ਦਾ ਜਦੋਂ ਕਹਿੰਦੇ ਸਾਰਿਆਂ ਨੂੰ ਪਤਾ ਚੱਲਦਾ ਉਸ ਇਲਾਕੇ ਦੇ ਵਿੱਚ ਵੀ ਬਾਲਾ ਜੀ ਤੇ ਰੁਸਤਮ ਰਾਏ ਨੂੰ ਵੀ ਛਡਾਇਆ ਤਾਂ ਕਹਿੰਦੇ ਵੀ ਦੁਨੀਆ ਫਿਰ ਲੋਕ ਉਸ ਸਥਾਨ ਤੇ ਜਿਸ ਜਗ੍ਹਾ ਤੇ ਉਹ ਛਡਾਏ ਗਏ ਉੱਥੇ ਵੀ ਫਿਰ ਦਰਸ਼ਨ ਕਰਨ ਵਾਸਤੇ ਪਹੁੰਚੀ ਪਰ ਉਦੋਂ ਕਿਸੇ ਨੂੰ ਗੁਰੂ ਸਾਹਿਬ ਮਿਲੇ ਨਹੀਂ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਇਹ ਸਿੱਖ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਉਹਨਾਂ ਦਾ ਕਿਵੇਂ ਹੋਇਆ ਤੇ ਉਹਨਾਂ ਦਾ ਜਿਹੜਾ ਜੋਤੀ ਜੋਤ ਸਮਾਉਣ ਦਾ ਢੰਗ ਹੈ ਇਹ ਤਾਂ ਸੁਣਾਇਆ ਕਿਉਂਕਿ ਸਾਡੀਆਂ ਫਿਲਮਾਂ ਦੇ ਵਿੱਚ ਲਾਇਨ ਹਾਰਟ ਦੇ ਵਿੱਚ ਗੁਰੂ ਪਿਤਾ ਜੀ ਨੇ ਗੱਲ